Yes, please. Sir, ਸਤਿ ਸ਼੍ਰੀ ਅਕਾਲ ਜੀ। good morning, sir. Good morning, Harkaran ji. Good morning. Good morning, everyone. Let us start. Today we will discuss paper number one. Good morning, sir. Good morning. Good morning. Paper number one, national examination. Paper number one, standing orders. Standing orders ਜਿਹੜੇ ਸਾਡੇ ਸਿਲੇਬਸ ਦੇ ਵਿੱਚ ਨੇ ਹੈਗੇ ਸਿਲੇਬਸ ਦੇ ਵਿੱਚ ਸਾਡੇ ਸਟੈਂਡਿੰਗ ਆਰਡਰ ਜਿਹੜੇ ਹੈਗੇ ਨੇ 2 3 7 ਤੇ 20 29 30 ਇਹ 6 ਸਟੈਂਡਿੰਗ ਆਰਡਰਸ ਜਿਹੜੇ ਸਾਡੇ ਸਿਲੇਬਸ ਦੇ ਵਿੱਚ ਨਾਲ ਰਿਲੇਟ ਕਰਦੇ ਹੈਗੇ ਸਟੈਂਡਿੰਗ ਨੰਬਰ 2 ਜਿਹੜਾ ਹੈਗਾ ਇਹ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਹੈਗਾ ਸੀ ਲੈਂਡਲੌਰਡ ਤੇ ਟੈਨੈਂਟ ਦੇ ਵਿਚਕਾਰ ਕੀ ਡਿਸਪਿਊਟਸ ਹੁੰਦੇ ਆ ਜੋ ਕਿ ਟੈਨੈਂਸੀ ਐਕਟ ਅਸੀਂ ਪੜ੍ਹਿਆ ਸੀ ਪਹਿਲਾਂ ਟੈਨੈਂਸੀ ਐਕਟ ਦਾ ਸੇਮ ਹੀ ਇਹਦੇ ਵਿੱਚ ਪ੍ਰੋਸੀਜਰ ਥੋੜਾ ਬਹੁਤਾ ਵਧਾ ਚੜਾ ਕੇ ਦਿੱਤਾ ਹੋਇਆ ਹੈਗਾ ਤੇ ਜਿਹੜਾ ਹੈਗਾ ਸਟੈਂਡਿੰਗ ਆਰਡਰ ਨੰਬਰ 3 ਇਟ ਇਜ਼ ਰਿਲੇਟਡ ਵਿਦ ਪ੍ਰੋਸੀਜਰ ਆਫ ਦਾ ਰੈਵਨਿਊ ਕੋਡਸ ਪ੍ਰੋਸੀਜਰ ਆਫ ਦਾ ਰੈਵਨਿਊ ਕੋਡ ਜਿਵੇਂ ਕਿ ਸੀਪੀਸੀ ਦੇ ਵਿੱਚ ਜਿਹੜਾ ਪ੍ਰੋਸੀਜਰ ਹੈਗਾ ਉਹ ਆਰਡਰ ਨੰਬਰ 13 ਦੇ ਵਿੱਚ ਦਿੱਤਾ ਗਿਆ ਸਾਰਾ ਰੈਵਨਿਊ ਕੋਟਾ ਤੇ ਸਿਵਲ ਕੋਟਾਂ ਦੀ ਕੀ ਪ੍ਰੋਸੀਜਰ ਹੁੰਦਾ ਹੈ ਆਰਡਰ ਨੰਬਰ 13 ਸੀਪੀਸੀ ਦਿੱਤਾ ਗਿਆ ਤੇ ਸਾਡਾ ਇਹ ਜਿਹੜਾ ਇਹਦੇ ਵਿੱਚ ਦਿੱਤਾ ਗਿਆ ਸਟੈਂਡਿੰਗ ਆਰਡਰ ਨੰਬਰ 3 ਦੇ ਵਿੱਚ ਇਹ ਅਸੀਂ ਪੜ੍ਹ ਰਹੇ ਸੀਗੇ ਫਰੋਮ ਰੂਲ 51 ਡਾਕੂਮੈਂਟ ਸ਼ੁੱਡ ਬੀ ਪ੍ਰੋਡਿਊਸਡ ਐਟ ਦਾ ਫਸਟ ਹੀਅਰਿੰਗ ਜਿਵੇਂ ਕਿ ਅਸੀਂ ਪਹਿਲਾਂ ਸੀਪੀਸੀ ਪੜ੍ਹ ਕੇ ਹਟੇ ਹਾਂ ਜਦੋਂ ਵੀ ਕਿਸੇ ਨੇ ਕੋਈ ਕੰਪਲੇਂਟ ਫਾਈਲ ਕਰਨੀ ਹੁੰਦੀ ਹੈ ਜਾਂ ਰਿਟਨ ਸਟੇਟਮੈਂਟ ਫਾਈਲ ਕਰਨੀ ਹੁੰਦੀ ਹੈ ਤਾਂ ਪਾਰਟੀਆਂ ਆਪਣੇ ਡਾਕੂਮੈਂਟਾਂ ਦੀ ਜਿਹੜੀ ਲਿਸਟ ਹੈਗੀ ਹੈ ਫੋਟੋ ਕਾਪੀ ਵਗੈਰਾ ਲਿਸਟ ਆਫ ਦੀ ਪਲੇਨ ਦੇ ਨਾਲ ਜਾਂ ਰਿਟਨ ਸਟੇਟਮੈਂਟ ਦੇ ਨਾਲ ਲਿਸਟ ਲਗਾ ਕੇ ਕੋਰਟ ਦੇ ਵਿੱਚ ਸਬਮਿਟ ਕਰਦੇ ਆ ਤੇ ਜਦੋਂ ਓਰੀਜਨਲ ਪ੍ਰੋਡਿਊਸ ਕਰਨਾ ਹੁੰਦਾ ਕੋਰਟ ਦੇ ਵਿੱਚ ਤਾਂ ਜਿਹੜੀ ਫਸਟ ਹੀਅਰਿੰਗ ਹੁੰਦੀ ਹੈ ਫਸਟ ਹੀਅਰਿੰਗ ਦੇ ਵਿੱਚ ਕੋਰਟ ਵੱਲੋਂ ਮੰਗਾਇਆ ਜਾਂਦਾ ਹੈ ਵੀ ਆਪਣੇ ਆਪਣੇ ਡਾਕੂਮੈਂਟ ਤੁਸੀਂ ਸਬਮਿਟ ਕਰੋ ਫਸਟ ਹੀਅਰਿੰਗ ਦੇ ਵਿੱਚ document should be produced at the first hearing. The court should formally call upon the parties at the first hearing to produce their documents and should make a note that it has done so. ਇਹਦੇ ਕੋਈ ਪਰਫਾਰਮਾ ਬਣਿਆ ਹੋਇਆ ਹੁੰਦਾ ਹੈ ਹਾਈ ਕੋਰਟ ਦੇ ਹਦਾਇਤਾਂ ਦੇ ਮੁਤਾਬਕ ਠੀਕ ਹੈ ਉਹ ਪਾਰਟੀਆਂ ਨੇ ਜਿਹੜਾ ਹੈਗਾ ਡਾਕੂਮੈਂਟ ਸਬਮਿਟ ਕਰਨੇ ਹੁੰਦੇ ਆ ਓਰੀਜਨਲ ਦਿਖਾਣੇ ਹੁੰਦੇ ਆ ਤੇ 52 ਦੇ ਵਿੱਚ ਕੀ ਕਿਹਾ ਹੈ ਡਾਕੂਮੈਂਟ ਪ੍ਰੋਡਿਊਸਡ ਐਟ ਦ ਲੇਟਰ ਸਟੇਜ ਦੇਖੋ ਜਨਰਲ ਲਾਅ ਤਾਂ ਇਹੀ ਹੈਗਾ ਵੀ ਤੁਸੀਂ ਇਨੀਸ਼ੀਅਲ ਸਟੇਜ ਤੇ ਹੀ ਡਾਕੂਮੈਂਟ ਪ੍ਰੋਡਿਊਸ ਕਰਨੇ ਹੁੰਦੇ ਆ ਆਪਣੇ ਕਿਉਂਕਿ ਇਹਦਾ ਕਾਰਨ ਇਹ ਹੁੰਦਾ ਵੀ ਆਫਟਰ ਵਰਡਸ ਕੋਈ ਅਲਾਈਨੇਸ਼ਨ ਕੋਈ ਚੇਂਜ ਵਗੈਰਾ ਕੋਈ ਉਹਦੇ 'ਚ ਕੋਈ ਕਟਿੰਗ ਵਗੈਰਾ ਨਾ ਹੋ ਜਾਵੇ ਜਾਂ ਕੋਈ ਡਾਕੂਮੈਂਟ ਗਲਤ ਤਰੀਕੇ ਨਾਲ ਨਾ ਤਿਆਰ ਹੋ ਜਾਵੇ ਇਸ ਕਰਕੇ ਇਹ ਹੁੰਦਾ ਵੀ ਸ਼ੁਰੂ ਦੇ ਵਿੱਚ ਹੀ ਅੱਗੇ ਪ੍ਰੋਸੀਡਿੰਗ ਦੌਰਾਨ ਲੋੜ ਦੇ ਮੁਤਾਬਕ ਕੋਈ ਪਾਰਟੀ ਉਹਦੇ 'ਚ ਕੋਈ ਚੇਂਜ ਕਰ ਲਵੇ ਹੋਰ ਕਰ ਲਵੇ ਇਸ ਕਰਕੇ ਇਹੀ ਲਾਅ ਹੈਗਾ ਵੀ ਫਸਟ ਹੀਅਰਿੰਗ ਦੇ ਵਿੱਚ ਹੀ ਜਿਹੜੇ ਡਾਕੂਮੈਂਟਸ ਨੇ ਤੁਸੀਂ ਓਰੀਜਨਲ ਪ੍ਰੋਡਿਊਸ ਕਰਨੇ ਹੁੰਦੇ ਆ ठीक है document produced at a later stage the above provisions as regards the production of the documents at the initial stage suit are intended to minimize the chances of the fabrication of the documentary evidence ਜਿਹੜੀ documentary evidence ਹੈਗੀ ਹੈ ਉਹਦੇ 'ਚ ਕੋਈ ਫੈਬਰੀਕੇਸ਼ਨ ਨਾ ਹੋਵੇ ਕੋਈ ਮਤਲਬ ਕਿ ਉਹਨੂੰ ਗਲਤ ਤਰੀਕੇ ਨਾਲ ਰਿਕਾਰਡ ਨੂੰ ਆਪਣੇ ਮੁਤਾਬਕ ਡਾਕੂਮੈਂਟ ਨੂੰ ਤਿਆਰ ਨਾ ਕਰ ਲਿਆ ਜਾਵੇ ਇਸ ਤਰੀਕੇ ਹੀ ਜਿਹੜੀ ਹੈਗੀ ਹੈ ਸ਼ੁਰੂ ਦੇ ਵਿੱਚ ਹੀ ਡਾਕੂਮੈਂਟ ਪ੍ਰੋਡਿਊਸ ਕਰਨਾ ਹੁੰਦਾ ਪਰ ਫਿਰ ਵੀ ਜੇ ਕੋਈ ਪਾਰਟੀ ਕੋਲੇ ਡਾਕੂਮੈਂਟ ਕਿਸੇ ਸਟੇਜ ਤੇ ਨਹੀਂ ਹੈਗਾ ਸੀ ਇਨੀਸ਼ੀਅਲ ਸਟੇਜ ਤੇ ਡਾਕੂਮੈਂਟ ਨਹੀਂ ਹੈਗਾ ਸੀਗਾ ਕਿਤੇ ਇੱਧਰ ਉੱਧਰ ਰੱਖਿਆ ਹੋਇਆ ਸੀਗਾ ਠੀਕ ਹੈ ਜਾਂ ਕਿਸੇ ਹੋਰ ਵਿਅਕਤੀ ਕੋਲੇ ਸੀ ਉੱਥੋਂ ਉਹਨੂੰ ਲੈਣਾ ਪਿਆ ਤਦ ਕੀ ਹੈਗਾ ਮਤਲਬ ਕਿ ਕੋਰਟ ਦੀ ਪਰਮਿਸ਼ਨ ਦੇ ਨਾਲ ਹੈਗਾ ਡਾਕੂਮੈਂਟ ਹੈਗਾ ਲੇਟੈਸਟ ਸਟੇਜ ਤੇ ਵੀ ਮਤਲਬ ਕੋਰਟ ਦੇ ਵਿੱਚ ਸਬਮਿਟ ਕੀਤਾ ਜਾ ਸਕਦਾ ਹੈ documents with a suspicious appearance or executed on the unstamped or insufficiently stamped papers ਕੋਈ ਡਾਕੂਮੈਂਟ ਤਿਆਰ ਹੋਇਆ ਹੋਇਆ ਮੈਂ ਵੀ ਰਜਿਸਟਰੀ ਆ ਕੋਈ ਜਾਂ ਕੋਈ ਐਗਰੀਮੈਂਟ ਹੈਗਾ ਠੀਕ ਹੈ ਉਹ ਦੇਖਣ ਤੋਂ ਲੱਗਦਾ ਵੀ ਇਹ ਗਲਤ ਹੈ ਫਰਜ਼ੀ ਹੈ ਡੁਪਲੀਕੇਟ ਤਿਆਰ ਕੀਤਾ ਹੋਇਆ ਹੈ ਜਾਂ ਤੇ ਜਾਲੀ ਅਸਟਾਮਾਂ ਦੇ ਉੱਪਰ ਬਣਾਇਆ ਹੋਇਆ ਹੈ ਜਾਂ ਅਸਟਾਮ ਜਿਹੜੇ ਲੱਗਣੇ ਚਾਹੀਦੇ ਸੀ ਉਹ ਨਹੀਂ ਲੱਗੇ ਹੋਏ ਹੈਗੇ ਪੂਰੇ ਠੀਕ ਹੈ ਇਦਾਂ ਦਾ ਕੋਈ ਡਾਕੂਮੈਂਟ ਸ਼ੁਰੂ ਤੋਂ ਹੀ ਲੱਗਦਾ ਹੈ ਦੇਖਣ ਨੂੰ ਲੱਗਦਾ ਹੈਗਾ ਸਸਪੀਸ਼ੀਅਸ ਅਪੀਅਰੈਂਸ ਹੈ ਦੇਖਣ ਤੋਂ ਪਤਾ ਲੱਗਦਾ ਵੀ ਇਹ ਜਾਲੀ ਲੱਗਦਾ ਹੈ should any document which has been partially erased interlined ਕੋਈ ਉਹਦੇ ਤੇ ਰਵਿੰਗ ਕੀਤੀ ਵੀ ਹੈ ਰੇਜ਼ਿੰਗ ਕੀਤੀ ਵੀ ਹੈ ਲੈਣਾ ਉਹਨੂੰ ਕੱਟ ਵੱਢ ਕੇ ਠੀਕ ਕੀਤਾ ਹੈ ਲੱਗਦਾ ਹੈ or which otherwise presents a suspicious appearance be presented at any time in the course of proceeding a note should be made of the fact and should well-founded suspicion fraudulent alterations of the forgery subsequently arise ਤਾਂ ਜੇ ਇਦਾਂ ਦੀ ਕੋਈ ਗੱਲ ਲੱਗਦੀ ਹੈਗੀ ਹੈ ਤਾਂ ਉਹਨੂੰ ਕੋਰਟ ਵੱਲੋਂ ਇੰਪਾਊਂਡ ਵੀ ਕਰ ਲਿਆ ਜਾਂਦਾ ਕਈ ਵਾਰ ਡਾਕੂਮੈਂਟ ਨੂੰ ਤੇ
ਇੰਪਾਊਂਡ ਕਰਕੇ ਡਾਕੂਮੈਂਟ ਨੂੰ ਕੋਰਟ ਆਪਦੀ ਕਸਟਡੀ 'ਚ ਰੱਖ ਲੈਂਦੀ ਹੁੰਦੀ ਹੈ ਤੇ ਫਿਰ ਕਈ ਵਾਰੀ ਇਹ ਵੀ ਹੁੰਦਾ ਹੈ ਨਾਲ CRPC ਦੇ ਅਗੇਂਸਟ ਜੇ ਕਿਤੇ ਸਾਬਤ ਹੋ ਜਾਂਦਾ ਹੈ ਤਾਂ ਅੰਡਰ ਸੈਕਸ਼ਨ 340 342 43 44 ਜਿਹੜਾ ਪ੍ਰੋਸੀਡਿੰਗ ਕ੍ਰਿਮੀਨਲ ਕਾਰਵਾਈ ਵੀ ਸਟਾਰਟ ਕੀਤੀ ਜਾ ਸਕਦੀ ਹੈ ਉਸ ਪਰਸਨ ਦੇ ਖਿਲਾਫ ਤੇ ਨਾਲ ਹੀ ਨਾਲ ਜਿਹੜੀ ਸਟੈਂਪ ਐਕਟ ਹੈਗਾ ਸਟੈਂਪ ਐਕਟ ਦੀ ਜਿਹੜੀ ਸੈਕਸ਼ਨ 30 ਤੋਂ 35 ਹੈਗੀ ਹੈ ਉਹਦੇ ਅਗੇਂਸਟ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਪਾਰਟੀਆਂ ਦੇ ਖਿਲਾਫ ਜਿਹੜੀ ਕੋਈ ਡਾਕੂਮੈਂਟ ਇਦਾਂ ਦਾ ਪੇਸ਼ ਕਰਦੀ ਹੈ ਕੋਰਟ ਦੇ ਵਿੱਚ 54 ਕੀ ਹੈ ਡਿਸਟਿੰਕਸ਼ਨ ਬਿਟਵੀਨ ਮੀਅਰ ਪ੍ਰੋਡਕਸ਼ਨ ਐਂਡ ਐਡਮਿਸ਼ਨ ਐਂਡ ਐਵੀਡੈਂਸ ਮੀਅਰ ਪ੍ਰੋਡਕਸ਼ਨ ਤਾਂ ਹੁੰਦਾ ਵੀ ਮਤਲਬ ਕੋਰਟ ਦੇ ਵਿੱਚ ਡਾਕੂਮੈਂਟ ਨੂੰ ਦਿਖਾਣਾ ਇਟ ਇਜ਼ ਅ ਮੀਅਰ ਪ੍ਰੋਡਕਸ਼ਨ ਐਡਮਿਸ਼ਨ ਇਨ ਐਵੀਡੈਂਸ ਜਦੋਂ ਦੂਜੀ ਪਾਰਟੀ ਜਿਹੜੀ ਆਪੋਜ਼ਿਟ ਪਾਰਟੀ ਹੈਗੀ ਆ ਉਸ ਨੂੰ ਕਹਿੰਦੀ ਵੀ ਹਾਂ ਠੀਕ ਹੈ ਇਹਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਹੈਗੀ ਮੈਂ ਇਹਨੂੰ ਮੰਨਦੇ ਹੈਗੇ ਆ ਤਾਂ ਉਹ ਡਾਕੂਮੈਂਟ ਨੂੰ ਜਿਹੜਾ ਕੋਰਟ ਦੇ ਵਿੱਚ ਮਤਲਬ ਐਡਮਿਟ ਕਰ ਲਿਆ ਜਾਂਦਾ ਹੈਗਾ ਜਦੋਂ ਐਡਮਿਟ ਕਰ ਲਿਆ ਜਾਂਦਾ ਕੋਰਟ ਦੇ ਵਿੱਚ ਤਾਂ ਦੂਜੀ ਪਾਰਟੀ ਦੇ ਮੰਨਣ ਦੇ ਮੁਤਾਬਕ ਐਡਮਿਟ ਕਰਨ ਦੇ ਮੁਤਾਬਕ ਐਡਮਿਟ ਕਰ ਲਿਆ ਜਾਂਦਾ ਫਿਰ ਕੋਰਟ ਵੱਲੋਂ ਸਾਈਨ ਕਰਕੇ ਇਹ ਡਾਕੂਮੈਂਟ ਨੂੰ ਐਗਜ਼ੀਬਿਟ ਨੰਬਰ ਲਗਾ ਦਿੱਤਾ ਜਾਂਦਾ ਹੈਗਾ 55 ਚ ਦੱਸਿਆ ਵੀ ਐਗਜ਼ੀਬਿਟ ਨੰਬਰ ਕਿਵੇਂ ਲੱਗਦੇ ਨੇ ਐਡਮਿਟਡ ਇਨ ਐਵੀਡੈਂਸ ਲਿਖ ਕੇ ਉਹਦੇ ਤੇ ਐਗਜ਼ੀਬਿਟ ਨੰਬਰ ਜੇ ਪਲੈਂਟਿਵ ਨੇ ਫਾਈਲ ਕੀਤਾ ਡਾਕੂਮੈਂਟ ਤਾਂ P1 P2 P3 ਵਗੈਰਾ ਜਿੰਨੇ ਵੀ ਡਾਕੂਮੈਂਟ ਹੈਗੇ ਜੇ ਡਿਫੈਂਡੈਂਟ ਨੇ ਡਾਕੂਮੈਂਟ ਪੇਸ਼ ਕੀਤਾ ਤਾਂ D1 D2 D3 ਇਦਾਂ ਦੇ ਜਿਹੜੇ ਨੰਬਰ ਐਗਜ਼ੀਬਿਟ ਨੰਬਰ ਲਗਾ ਦਿੱਤੇ ਜਾਂਦੇ ਨੇ ਇਸ ਨੂੰ ਠੀਕ ਹੈ ਤੇ ਡਾਕੂਮੈਂਟ ਨੂੰ ਵਾਪਸ ਵੀ ਕਰ ਦਿੱਤਾ ਜਾਂਦਾ ਹੈ ਤੇ ਲੋੜ ਮੁਤਾਬਕ ਜਿਹੜੀ ਕੋਰਟ ਹੈਗੀ ਹੈ ਮੰਗਵਾ ਸਕਦੀ ਹੈਗੀ ਫਿਰ ਨਾਲ ਸਟੈਂਪ ਲੱਗਦੀ ਹੈ ਸਟੈਂਪ ਦਾ ਪਰਫਾਰਮਾ ਬਣਾ ਕੇ ਦਿਖਾਇਆ ਗਿਆ ਵੀ ਸੂਟ ਨੰਬਰ ਕੀ ਹੈਗਾ ਪਾਰਟੀਆਂ ਦੇ ਕੀ ਟਾਈਟਲ ਕੀ ਨਾਮ ਹੈ ਪਾਰਟੀਆਂ ਦਾ ਪ੍ਰੋਡਿਊਸਡ ਬਾਈ ਕਿਹੜੀ ਪਾਰਟੀ ਨੇ ਪ੍ਰੋਡਿਊਸ ਕੀਤਾ ਹੈਗਾ ਨੇਚਰ ਆਫ ਦਾ ਡਾਕੂਮੈਂਟ ਕੀ ਹੈ ਤੇ ਇਹਦੇ ਉੱਪਰ ਸਟੈਂਪ ਡਿਊਟੀ ਕਿੰਨੀ ਲੱਗੀ ਹੈਗੀ ਹੈ ਤੇ ਮੋਹਰ ਲਾ ਕੇ ਐਡਮਿਟਡ ਐਜ਼ ਐਗਜ਼ੀਬਿਟ ਤੇ ਸਾਈਨ ਕਰ ਦਿੱਤੇ ਨੇ ਰੈਵਨਿਊ ਕੋਰਟ ਵੱਲੋਂ ਨੈਕਸਟ ਆ ਗਿਆ ਸੈਕਸ਼ਨ ਤੁਹਾਡਾ ਪ੍ਰੋਡਕਸ਼ਨ ਆਫ ਰੈਵਨਿਊ ਰਿਕਾਰਡ ਦੀ ਪ੍ਰੋਡਕਸ਼ਨ ਕਿੱਥੇ ਪ੍ਰੋਡਕਸ਼ਨ ਕੋਰਟਾਂ ਦੇ ਵਿੱਚ ਅਪੀਲੈਂਟ ਕੋਰਟ ਦੀ ਗੱਲ ਕੀਤੀ ਗਈ ਹੈ ਜਿੱਥੇ ਰੈਵਨਿਊ ਕੋਰਟਾਂ ਦੇ ਕੇਸ ਚੱਲਦੇ ਨੇ ਜਿਵੇਂ ਅਪੀਲੈਂਟ ਕੋਰਟਾਂ ਕਿਹੜੀਆਂ ਨੇ ਰੈਵਨਿਊ ਦੀਆਂ ਮੇਬੀ DC ਦੀ ਕੋਰਟ ਹੋ ਸਕਦੀ ਹੈ ਮੇਬੀ ਕਮਿਸ਼ਨਰ ਦੀ ਕੋਰਟ ਹੋ ਸਕਦੀ ਹੈ ਮੇਬੀ ਫਾਈਨੈਂਸ਼ੀਅਲ ਕਮਿਸ਼ਨਰ ਦੀ ਕੋਰਟ ਹੋ ਸਕਦੀ ਹੈ ਜਿੱਥੇ ਕਿਤੇ ਮਤਲਬ ਕਿ ਮੇਨ ਤਾਂ ਇਹ ਹੈ ਜਨਰਲ ਲਾਅ ਇਹ ਹੈਗਾ ਵੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਜਿਸ ਨੇ ਵੀ ਆਪਦਾ ਕੋਈ ਪੱਖ ਪੇਸ਼ ਕਰਨਾ ਹੈਗਾ ਰੈਵਨਿਊ ਰਿਕਾਰਡ ਪੇਸ਼ ਕਰਨਾ ਹੈ ਰੈਵਨਿਊ ਰਿਕਾਰਡ ਦੀ ਕਾਪੀ ਜਿਹੜੀ ਹੈਗੀ ਹੈ ਅਟੈਸਟਡ ਕਾਪੀ ਹੀ ਕੋਰਟਾਂ 'ਚ ਸਬਮਿਟ ਕੀਤੀ ਜਾਂਦੀ ਹੈ ਜਨਰਲ ਲਾਅ ਇਹ ਹੈਗਾ ਪਰ ਫਿਰ ਵੀ ਜੇ ਕਿਤੇ ਜ਼ਰੂਰਤ ਪੈਂਦੀ ਹੈ ਕਿਸੇ ਰੈਵਨਿਊ ਅਪੀਲੈਂਟ ਕੋਰਟ ਨੂੰ ਲੋੜ ਪੈਂਦੀ ਹੈ ਵੀ ਅਸੀਂ ਓਰੀਜਨਲ ਰਿਕਾਰਡ ਮੰਗਾ ਕੇ ਦੇਖਣਾ ਹੈ ਠੀਕ ਹੈ ਤਾਂ ਉੱਥੇ ਕਾਫੀ ਪ੍ਰੀਕਾਸ਼ਨਸ ਰੱਖੀ ਜਾਂਦੀ ਹੈ requisitions of the appealant courts to be sent to the deputy commissioner ਜਦੋਂ ਕਿਸੇ appealant court ਨੂੰ ਲੋੜ ਹੈਗੀ ਹੈ ਸਰਕਾਰੀ ਰਿਕਾਰਡ ਮੰਗਾਉਣ ਦੀ ਕੋਈ ਜਮ੍ਹਾਂਬੰਦੀ ਚਾਹੀਦੀ ਹੈ ਕੋਈ ਇੰਤਕਾਲ ਰਜਿਸਟਰ ਚਾਹੀਦਾ ਹੈਗਾ ਕੋਈ ਗਿਰਦਾਵਰੀ ਚਾਹੀਦੀ ਹੈਗੀ ਹੈ ਕੋਈ ਕੇਸ ਚੱਲਦਾ ਹੈ ਰੈਵਨਿਊ ਕੋਰਟ ਦੇ ਵਿੱਚ ਤਾਂ ਡਿਪਟੀ ਕਮਿਸ਼ਨਰ ਨੂੰ ਮਤਲਬ ਕਿ ਰਿਪੋਰਟ ਭੇਜੀ ਜਾਂਦੀ ਹੈ ਰਿਕੁਆਇਰਮੈਂਟ ਡਿਪਟੀ ਕਮਿਸ਼ਨਰ ਨੂੰ ਭੇਜੀ ਜਾਂਦੀ ਹੈ ਡਿਪਟੀ ਕਮਿਸ਼ਨਰ ਅੱਗੇ ਫਰਦਰ ਜਿਹੜੇ ਰੈਵਨਿਊ ਰਿਕਾਰਡ ਦੇ ਜਿਹੜੇ ਰਿਕਾਰਡ ਰੂਮ ਦੇ ਨਾਲ ਸੰਬੰਧਿਤ ਹੁੰਦਾ ਉਸ ਤਹਿਸੀਲਦਾਰ ਨੂੰ ਭੇਜ ਦਿੱਤੇ ਜਾਂਦੀ ਹੈ ਤਹਿਸੀਲਦਾਰ ਵੱਲੋਂ ਜਿਹੜਾ ਰਿਕਾਰਡ ਹੈਗਾ ਉਹ ਕੰਸਰਨਡ ਕੋਰਟ ਨੂੰ ਜਿੱਥੇ ਵੀ ਕੋਰਟ ਨੇ ਮੰਗਾਇਆ ਜੇ FC ਦੀ ਕੋਰਟ ਹੈ ਜੇ ਉਹ ਕਮਿਸ਼ਨਰ ਦੀ ਕੋਰਟ ਉੱਥੇ ਭੇਜਿਆ ਜਾਂਦਾ ਹੈ ਪ੍ਰੋਡਕਸ਼ਨ ਬਾਈ ਦਾ ਸਪੈਸ਼ਲ ਕਾਨੂੰਗੋ ਔਰ ਪਟਵਾਰੀ ਜਿਹੜਾ ਇਹ ਰਿਕਾਰਡ ਹੈ ਸਪੈਸ਼ਲ ਕਾਨੂੰਗੋ ਹੁੰਦੇ ਆ ਆਪਣੇ ਕੋਰਟਾਂ ਦੇ ਵਿੱਚ ਰਿਕਾਰਡ ਰੂਮ ਦੇ ਵਿੱਚ ਠੀਕ ਹੈ ਉਹ ਜਿਹੜਾ ਪਟਵਾਰੀ ਹਲਕਾ ਹੁੰਦੇ ਆ ਉੱਥੇ ਉਹਨਾਂ ਵੱਲੋਂ ਇਹ ਸਬਮਿਟ ਕੀਤਾ ਜਾਂਦਾ ਕੋਰਟਾਂ ਦੇ ਵਿੱਚ briefly the procedure to be followed in such cases as under procedure ਕੀ ਹੈ ਸਮਨ ਭੇਜਿਆ ਜਾਂਦਾ ਹੈ ਠੀਕ ਹੈ ਉਹ ਸਮਨ ਦੇ ਮੁਤਾਬਕ ਪਟਵਾਰੀ ਹਲਕਾ ਜਿਹੜਾ ਸਪੈਸ਼ਲ ਕਾਨੂੰਗੋ ਹੁੰਦਾ ਹੈ ਉਹ ਉਸ ਡਾਕੂਮੈਂਟ ਦੀ ਜਿਹੜੀ ਹੈਗੀ ਹੈ ਫੋਟੋ ਕਾਪੀ ਕਰਵਾਉਂਦਾ ਹੈ ਹਾਰਡ ਕਾਪੀ ਕਰਵਾ ਕੇ ਉਹਨੂੰ ਟੈਸਟ ਕਰਦਾ ਹੈ ਟੈਸਟ ਕਰਕੇ ਤੇ ਨਾਲ ਰਿਕਾਰਡ ਲੈ ਕੇ ਜਾਂਦਾ ਆਪਣਾ ਤੇ ਉਸ ਕੋਰਟ ਦੇ ਵਿੱਚ ਸਬਮਿਟ ਕਰਤਾ ਜਾਂਦਾ ਹੈ ਤੇ duty of the court ਕੀ ਹੈ in every case it is the duty of the court to insist the plaintiff filing with the plaint ਦੇਖੋ ਮੇਨ ਤਾਂ ਇਹੀ ਗੱਲ ਆ ਗਈ ਵੀ ਕੋਰਟਾਂ ਕੀ ਚਾਹੁੰਦੀਆਂ ਹੁੰਦੀਆਂ ਕੋਰਟਾਂ ਨੂੰ ਚਾਹੀਦਾ ਹੈਗਾ ਵੀ ਜਿਹੜੇ ਪਾਰਟੀਆਂ ਹੈਗੀਆਂ ਨੇ ਉਹ ਆਪਣੀ ਜਿਹੜੀ ਪਲੇਂਟ ਹੈਗੀ ਪਲੇਂਟ ਦੇ ਨਾਲ ਹੀ ਜਿਹੜਾ ਡਾਕੂਮੈਂਟ ਜਿਹੜਾ ਉਹ ਪੇਸ਼ ਕਰਨਾ ਚਾਹੁੰਦਾ ਸਬੂਤ ਜਿਹਦੇ ਬੇਸਿਸ ਤੇ ਆਪਦਾ ਕੇਸ ਨੂੰ ਉਹ ਪ੍ਰੂਵ ਕਰਨਾ ਚਾਹੁੰਦੀਆਂ ਨੇ ਠੀਕ ਹੈ ਉਹਦੇ ਨਾਲ ਹੀ ਡਾਕੂਮੈਂਟ ਦੀ ਕਾਪੀ ਲਗਾਈ ਜਾਵੇ ਅਟੈਸਟਡ ਕਾਪੀ ਲਗਾਈ ਜਾਵੇ ਜਮਾਨ ਦੀ ਕਾਪੀ ਲਗਾਣੀ ਹੈ ਗਰਦੌਰ ਦੀ ਕਾਪੀ ਲਗਾਣੀ ਹੈ on each party filing certified copies or extracts of all the relevant entries on which it relies. फिर duties of the appealant court in calling for the revenue record. देखो 70 रूल क्या है कि duties of the appealant court की ने in calling the revenue record. Appealant courts should refrain from calling the original records. Original record मतलब कि वहाँ तो ग्रेज करना चाहिए है revenue court ਨੂੰ
ਕਿਉਂਕਿ ਓਰੀਜਨਲ ਰਿਕਾਰਡ ਇੰਨਾ ਪੁਰਾਣਾ ਹੋ ਚੁੱਕਿਆ ਹੁੰਦਾ ਹੈ, ਕਈ ਵਾਰੀ ਉਹ ਟਰਾਂਸਪੋਰਟੇਸ਼ਨ ਲੈ ਕੇ ਜਾਣ ਦੇ ਵਿੱਚ, ਲੈ ਕੇ ਆਉਣ ਦੇ ਵਿੱਚ ਹੀ ਜਿਹੜਾ ਹੈਗਾ ਰਿਕਾਰਡ, ਉਹਦੇ ਪੰਨੇ ਫਟ ਜਾਂਦੇ ਆ, ਖਰਾਬ ਹੋ ਜਾਂਦੇ, ਇੰਨੇ 70 80 ਸਾਲ ਪੁਰਾਣੇ ਕਾਗਜ਼ ਹੁੰਦੇ ਆ, ਜਦੋਂ ਉਹਨੂੰ ਲੈ ਕੇ ਜਾਂਦੇ ਆ, ਠੀਕ ਹੈ, ਟਰਾਂਸਪੋਰਟ ਕਰਦੇ ਆ, ਇੱਧਰ ਉੱਧਰ ਲੈ ਕੇ ਜਾਂਦੇ ਆ, ਤਾਂ ਉਹ ਰਿਕਾਰਡ ਦੇ ਫਟਣ ਦੀ, ਡੈਮੇਜ ਹੋਣ ਦੀ ਸੰਭਾਵਨਾ ਵਧੀ ਰਹਿੰਦੀ ਹੈ। ਇਸ ਕਰਕੇ ਕੋਰਟਾਂ ਨੂੰ ਇਹ ਚਾਹੀਦਾ ਹੁੰਦਾ ਵੀ ਉਹਦਾ ਜਿਹੜਾ ਅਟੈਸਟਡ ਕਾਪੀ ਹੀ ਲੈ ਲਈ ਜਾਵੇ। ਜਿੱਥੇ ਕਿਤੇ ਇਨ ਦਾ ਕੇਸ ਇਫ ਦਾ ਨੈਸੈਸਿਟੀ ਅਰਾਈਜ਼ਸ ਫਰੋਮ ਦਾ ਨੈਗਲੈਕਟ ਆਫ ਦਾ ਕੋਰਟ ਆਫ ਫਸਟ ਇੰਸਟੈਂਸ, ਜਿੱਥੇ ਕਿਤੇ ਫਸਟ ਜਿਹੜੀ ਜਿਸ ਕੋਰਟ ਦੇ ਵਿੱਚ ਪਹਿਲਾ ਕੇਸ ਚੱਲਿਆ ਹੈਗਾ, ਉੱਥੇ ਕਿਤੇ ਕੋਰਟ ਨੇ ਉਸ ਨੂੰ ਨੈਗਲੈਕਟ ਕੀਤਾ ਹੋਵੇ, ਕਿਸੇ ਡਾਕੂਮੈਂਟ ਨੂੰ ਪਾਰਟੀਆਂ ਨੇ ਸਬਮਿਟ ਕੀਤਾ ਹੋਵੇ, ਠੀਕ ਹੈ, ਉਹੋ ਜਿਹੇ ਕੇਸਾਂ ਦੇ ਵਿੱਚ ਜੇ ਸਪੈਸ਼ਲ ਰੀਜ਼ਨ ਕੋਰਟ ਨੂੰ ਲੱਗਦਾ, ਤਦ ਹੀ ਜਿਹੜਾ ਓਰੀਜਨਲ ਰਿਕਾਰਡ ਮੰਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਨਹੀਂ ਤਾਂ ਅਸਲ ਤੇ ਜਿਹੜੀ ਹੈਗੀ ਹੈ ਅਟੈਸਟਡ ਕਾਪੀ ਨਾਲ ਹੀ ਸਹਾਰਨਾ ਚਾਹੀਦਾ ਹੈਗਾ। ਇਹ ਕਿਹਾ ਗਿਆ ਹੈਗਾ 71 ਚ ਕੀ ਕਿਹਾ, an inconvenience resulting from a neglect of the orders pointed out where the revenue courts neglect to make the parties supply proper copies। ਜਿੱਥੇ ਕਿਤੇ ਕਿਸੇ ਪਾਰਟੀ ਨੇ ਕੋਈ ਸੂਟ ਫਾਈਲ ਕੀਤਾ ਹੈ, ਠੀਕ ਹੈ, ਤੇ ਉਹਨੂੰ ਅਟੈਸਟਡ ਕਾਪੀ ਨਹੀਂ ਮਿਲ ਰਹੀ ਕਿਸੇ ਰਿਕਾਰਡ ਰੂਮ ਦੇ ਵਿੱਚੋਂ, ਕੋਈ ਉਹਨੇ ਚਾਹੀਦਾ ਸੀਗਾ, ਉਹਨੇ ਆਪਣਾ ਕੇਸ ਨੂੰ ਪ੍ਰੂਵ ਕਰਨ ਦੀ ਖਾਤਰ ਕੋਈ ਅਟੈਸਟਡ ਕਾਪੀ ਚਾਹੀਦੀ ਸੀ, ਕਿ ਪੁਰਾਣੀ ਜਮ੍ਹਾਂਬੰਦੀ ਚਾਹੀਦੀ ਸੀ, ਪੁਰਾਣਾ ਕੋਈ ਰਿਕਾਰਡ ਚਾਹੀਦਾ ਸੀਗਾ, ਉੱਥੇ ਨੈਗਲੀਜੈਂਟੀ ਹੋ ਗਈ, ਮਤਲਬ ਕਿ ਨਹੀਂ ਕਾਪੀ ਮਿਲ ਸਕੀ, ਨਾ ਰਿਕਾਰਡ ਰੂਮ 'ਚੋਂ ਕਾਪੀ ਕਿਸੇ ਨੇ ਨਹੀਂ ਉਹਨੂੰ ਪ੍ਰੋਵਾਈਡ ਕੀਤੀ ਹੈਗੀ। ਫਿਰ ਅਪੀਲ ਕੋਰਟ 'ਚ ਜਾ ਕੇ ਜਦੋਂ ਕੋਈ ਪਾਰਟੀ ਕਹਿੰਦੀ ਹੈ ਵੀ ਇੱਦਾਂ ਕਰਕੇ ਆਹ ਡਾਕੂਮੈਂਟ ਜਿਹੜਾ ਹੈਗਾ ਉਹ ਫਲਾਣੇ ਰਿਕਾਰਡ ਰੂਮ ਦੇ ਵਿੱਚ ਹੈਗਾ, ਫਿਰ ਉੱਥੇ ਅਪੀਲ ਐਂਡ ਜਿਹੜੀਆਂ ਕੋਰਟਸ ਹੈਗੀਆਂ ਨੇ ਉਹ ਓਰੀਜਨਲ ਰਿਕਾਰਡ ਮੰਗਾ ਕੇ ਚੈੱਕ ਕਰਦੀਆਂ ਹੈਗੀਆਂ ਨੇ। 72 ਚ ਕਿਹਾ, ਡਿਪਟੀ ਕਮਿਸ਼ਨਰ ਟੂ ਬ੍ਰਿੰਗ ਟੂ ਦਾ ਨੋਟਿਸ ਆਫ ਦਾ ਫਾਈਨੈਂਸ਼ੀਅਲ ਕਮਿਸ਼ਨਰ the cases of any officer who systematically fails to comply with the orders on the subject। ਜਿੱਥੇ ਕਿਤੇ FCR ਕੋਰਟ ਵੱਲੋਂ ਜਾਂ ਕਮਿਸ਼ਨਰ ਕੋਰਟ ਵੱਲੋਂ ਕੋਈ ਰਿਕਾਰਡ ਮੰਗਿਆ ਗਿਆ ਤਾਂ ਉਹਦੀ ਡਿਮਾਂਡ ਦੇ ਮੁਤਾਬਕ ਜਿਹੜੀ ਹੈਗੀ ਹੈ ਕਾਪੀ ਡਿਪਟੀ ਕਮਿਸ਼ਨਰ ਵੱਲੋਂ ਜਿਹੜੀ ਕੰਸਰਨਡ ਤਹਿਸੀਲਦਾਰ ਰੈਵਨਿਊ ਆਫਿਸ ਨੂੰ ਭੇਜ ਦਿੱਤੀ ਜਾਂਦੀ ਹੈ। ਜੇਕਰ ਰੈਵਨਿਊ ਆਫਿਸਰ ਵੱਲੋਂ ਫਿਰ ਵੀ ਮਤਲਬ ਕਿ ਕੰਸਰਨ ਸਮੇਂ ਸਿਰ ਜਿਹੜਾ ਰਿਕਾਰਡ ਹੈ ਨਹੀਂ ਭੇਜਿਆ ਜਾਂਦਾ ਹੈਗਾ, ਕੋਈ ਕਾਰਨ ਜਿਹੜਾ ਵੀ ਦੱਸਿਆ ਜਾਂਦਾ ਹੈਗਾ, ਜਾਂ ਫਿਰ ਮਤਲਬ ਕਿ ਡਾਇਰੈਕਸ਼ਨਸ ਨੂੰ ਜਿਹੜੀਆਂ ਹੈਗੀਆਂ ਸੈਟੀਸਫਾਈ ਨਹੀਂ ਕੀਤੀਆਂ ਜਾਂਦੀਆਂ ਕੰਸਰਨ ਰੈਵਨਿਊ ਆਫਿਸ ਵੱਲੋਂ, ਤਾਂ ਫਿਰ ਇਹਦੀ ਜਿਹੜੀ ਰਿਪੋਰਟ ਹੈਗੀ ਹੈ ਇਹ ਕਿਹਾ ਹੈ ਵੀ ਡਿਪਟੀ ਕਮਿਸ਼ਨਰ ਵੱਲੋਂ FCR ਨੂੰ ਭੇਜ ਦਿੱਤੀ ਜਾਂਦੀ ਹੈ। ਨੈਕਸਟ ਸੈਕਸ਼ਨ ਸਾਡਾ ਹੈਗਾ ਅਟੈਂਡੈਂਸ ਆਫ ਦਾ ਪਟਵਾਰੀਜ਼ ਇਨ ਦਾ ਰੈਵਨਿਊ ਕੋਰਟਸ। ਜਨਰਲ ਲਾਅ ਇਹ ਹੈਗਾ ਵੀ ਜਿਹੜੀ ਪਟਵਾਰੀ ਹੈਗੇ, ਪਟਵਾਰੀ ਨੂੰ ਬਿਲਾ ਵਜ੍ਹਾ ਤੋਂ ਗਰਦੌਰੀਆਂ ਦੇ ਸਮੇਂ ਦੇ ਵਿੱਚ ਗਰਦੌਰੀ ਜੋ ਚੱਲ ਰਹੀ ਹੁੰਦੀ ਹੈ ਉਸ ਤੋਂ 7 ਦਿਨ ਪਹਿਲਾਂ 7 ਦਿਨ ਪਿੱਛੋਂ, ਚਾਹੇ ਹਾੜੀ ਦੀ ਗਰਦੌਰੀ ਚੱਲ ਰਹੀ ਹੋਵੇ, ਚਾਹੇ ਸੋਨੀ ਦੀ ਗਰਦੌਰੀ ਚੱਲ ਰਹੀ ਹੋਵੇ, ਠੀਕ ਹੈ, ਉਹਦੇ ਉਸ ਸਮੇਂ ਦੇ ਵਿੱਚ ਵੀ 7 ਦਿਨ ਪਹਿਲਾਂ 7 ਦਿਨ ਪਿੱਛੋਂ ਜਿਹੜਾ ਹੈਗਾ ਕੋਰਟਾਂ ਨੂੰ ਚਾਹੀਦਾ ਹੈਗਾ ਵੀ ਪਟਵਾਰੀ ਹਲਕਾ ਨੂੰ ਕੋਰਟਾਂ ਦੇ ਵਿੱਚ ਇਨ ਪਰਸਨ ਨਾ ਬੁਲਾਇਆ ਜਾਵੇ। ਤੇ ਇੱਥੇ ਪਟਵਾਰੀ ਨਾਟ ਟੂ ਵੀ 73 ਪਟਵਾਰੀ ਨਾਟ ਟੂ ਵੀ ਅਨਨੈਸੈਸਰੀ ਸਮਨਡ। ਪ੍ਰੈਜ਼ਾਈਡਿੰਗ ਆਫਿਸਰ ਜਿਹੜਾ ਕੋਰਟ ਦਾ ਹੈਗਾ ਉਸ ਨੂੰ ਚਾਹੀਦਾ ਵੀ ਜਿੱਥੇ ਕਿਤੇ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਪਟਵਾਰੀ ਨੂੰ ਇਨ ਪਰਸਨ ਬੁਲਾਉਣ ਦੀ, ਠੀਕ ਹੈ, ਤਦੀ ਬੁਲਾਇਆ ਜਾਵੇ, ਅਦਰਵਾਈਜ਼ ਗਰੇਜ਼ ਕੀਤਾ ਜਾਵੇ ਉਹਨੂੰ ਪਰਸਨ ਬੁਲਾਉਣ ਤੋਂ। ਤਾਂ ਜਿਹੜਾ ਰਿਕਾਰਡ ਉਹਦੇ ਵੱਲੋਂ ਕੋਈ ਕਾਪੀ ਹੈ, ਜਮ੍ਹਾਂਬੰਦੀ ਨਕਲ ਹੈ, ਠੀਕ ਹੈ, ਇੱਦਾਂ ਦਾ ਕੋਈ ਰਿਕਾਰਡ ਹੈਗਾ ਉਹਦੀ ਅਟੈਸਟਡ ਕਾਪੀ ਲੈ ਲੈਣੀ ਚਾਹੀਦੀ ਹੈਗੀ ਹੈ। ਪ੍ਰਣਾਲੀ 74 ਦੱਸਿਆ ਗਿਆ ਵੀ ਇਹ 22 ਸਤੰਬਰ ਤੋਂ 7 ਨਵੰਬਰ ਯਾਨੀ ਕਿ ਜਿਹੜੀ ਹਾੜੀ ਸੋਨੀ ਦੀ ਗਰਦੌਰੀ ਹੁੰਦੀ ਹੈ ਅਕਤੂਬਰ 'ਚ ਹੁੰਦੀ ਹੈ, ਤੇ 7 ਦਿਨ ਪਹਿਲਾਂ ਤੇ 7 ਦਿਨ ਪਿੱਛੋਂ 7 ਨਵੰਬਰ ਤੱਕ ਵੀ ਪਟਵਾਰੀ ਨੂੰ ਬੁਲਾਉਣ ਤੋਂ ਗਰੇਜ਼ ਕਰਨਾ ਚਾਹੀਦਾ। ਇਸੇ ਤਰੀਕੇ ਜਿਹੜੀ ਹਾੜੀ ਦੀ ਗਰਦੌਰੀ ਹੁੰਦੀ ਹੈ ਮਾਰਚ 'ਚ ਹੁੰਦੀ ਹੈ, ਮਾਰਚ ਦੇ ਮਹੀਨਾ ਪੂਰਾ ਮਾਰਚ ਦਾ ਮਹੀਨਾ, ਤੇ 7 ਦਿਨ ਪਹਿਲਾਂ ਤੇ 7 ਦਿਨ ਪਿੱਛੋਂ ਜਿਹੜਾ ਹੈਗਾ ਪਟਵਾਰੀ ਨੂੰ ਬੁਲਾਉਣ ਤੋਂ ਗਰੇਜ਼ ਕਰਨਾ ਚਾਹੀਦਾ ਹੈਗਾ। ਪਟਵਾਰੀ ਸ਼ੁੱਡ ਬੀ ਸਮਨਡ ਓਨਲੀ ਵੈਨ देयर ਪ੍ਰੈਜ਼ੈਂਸ ਇਜ਼ ਐਬਸੋਲੂਟਲੀ ਨੈਸੈਸਰੀ in the opinion of the court and the evidence of the ਕਾਨੂੰਗੋ is insufficient। ਤਦ ਹੀ ਬੁਲਾਉਣਾ ਚਾਹੀਦਾ ਹੈਗਾ ਏਜੰਸੀ ਦੇ ਕੇਸ ਦੇ ਵਿੱਚ ਪਟਵਾਰੀ ਹਲਕਾ ਨੂੰ। 75 ਚ ਕਿਹਾ ਗਿਆ ਪਟਵਾਰੀਜ਼ ਟੂ ਬੀ ਸਮਨਡ ਥਰੂ ਦਾ ਤਹਿਸੀਲਦਾਰ ਕੋਰਟਸ ਟੂ ਫਰਨਿਸ਼ ਪਟਵਾਰੀਜ਼ ਵਿਦ ਸਰਟੀਫਿਕੇਟ ਸ਼ੋਇੰਗ ਅਟੈਂਡੈਂਸ। ਜਦੋਂ ਕਿਸੇ ਪਟਵਾਰੀ ਨੂੰ ਬੁਲਾਉਣਾ ਹੈਗਾ ਤਾਂ ਕੋਰਟਾਂ ਰੈਵਨਿਊ ਕੋਰਟਾਂ ਜਿਹੜੀਆਂ ਹੈਗੀਆਂ ਨੇ ਉਹ ਰੈਵਨਿਊ ਆਫਿਸ ਤਹਿਸੀਲਦਾਰ ਨੂੰ ਸਮਨ ਭੇਜਣਗੀਆਂ। ਜਦੋਂ ਪਟਵਾਰੀ ਹਲਕਾ ਜਾ ਕੇ ਆਪਦੀ ਉੱਥੇ ਪ੍ਰੈਜ਼ੈਂਸ ਦਿਆਇਆ ਹੈਗਾ, ਅਟੈਂਡੈਂਸ ਕਰਾਇਆ, ਅਪੀਲ ਹੋਇਆ ਕੋਰਟ ਦੇ ਵਿੱਚ, ਤਾਂ ਉਸ ਨੂੰ ਨਾਲ ਦੀ ਨਾਲ ਹੈਗਾ ਜਿਹੜਾ ਸਰਟੀਫਿਕੇਟ ਦਿੱਤਾ ਜਾਣਾ ਹੁੰਦਾ ਹੈ ਵੀ ਇਸਨੇ ਕੋਰਟ ਅਪੀਲ ਕੀਤੀ ਹੈ, ਅਟੈਂਡੈਂਸ ਸਰਟੀਫਿਕੇਟ। ਡੂਰਿੰਗ ਸੈਟਲਮੈਂਟ, ਦੇਖੋ ਸੈਟਲਮੈਂਟ ਦਾ ਜਿਹੜਾ ਸਮਾਂ ਹੁੰਦਾ ਬਹੁਤ ਇੰਪੋਰਟੈਂਟ ਹੁੰਦਾ। ਸੈਟਲਮੈਂਟ ਆਫਿਸਰ ਵੱਲੋਂ ਪਟਵਾਰੀਆਂ ਨੂੰ ਲਗਾ ਕੇ ਕਾਨੂੰਗੋ ਨੂੰ ਲਗਾ ਕੇ ਜਿਹੜੀ ਸੈਟਲਮੈਂਟ ਕਰਵਾਈ ਜਾ ਰਹੀ ਹੁੰਦੀ ਹੈ, ਤਾਂ ਉਸ ਸਮੇਂ ਦੇ ਦੌਰਾਨ ਕਿਹਾ ਗਿਆ ਵੀ ਪਟਵਾਰੀਆਂ ਨੂੰ ਕੋਰਟ ਵਿੱਚ ਨਾ ਬੁਲਾਇਆ ਜਾਵੇ।
ਉਸ ਸਮੇਂ ਪਟਵਾਰੀਆਂ ਦੀ ਪ੍ਰੋਵੀਜ਼ਨ ਦਿੱਤੀ ਗਈ ਹੈ, ਪਟਵਾਰੀ ਨੂੰ ਬੁਲਾਉਣ ਦੀ ਬਜਾਏ ਜਿਹੜਾ ਕਮਿਸ਼ਨ ਭੇਜਿਆ ਜਾਵੇ। ਕਮਿਸ਼ਨ ਕੌਣ ਹੁੰਦਾ ਹੈ? ਜਿਹੜਾ ਸੈਟਲਮੈਂਟ ਆਫੀਸਰ ਹੁੰਦਾ ਹੈ, ਜਿਹਦੀ ਸੁਪਰਵਿਜ਼ਨ ਵਿੱਚ ਸੈਟਲਮੈਂਟ ਹੋ ਰਹੀ ਹੁੰਦੀ ਹੈ, ਵੀ ਉਸੇ ਨੂੰ ਕਮਿਸ਼ਨ ਭੇਜਿਆ ਜਾਵੇ। ਕਿਹੜੇ ਕਿਹੜੇ ਕੁਐਸਚਨ ਤੁਸੀਂ ਪਟਵਾਰੀ ਹਲਕਾ ਤੋਂ ਪੁੱਛਣਾ ਚਾਹੁੰਦੇ ਹੋ, ਠੀਕ ਹੈ, ਉਹ ਜਿਹੜਾ ਕਮਿਸ਼ਨ ਹੈ ਉਹ ਸੈਟਲਮੈਂਟ ਆਫੀਸਰ ਕੋਲ ਭੇਜਿਆ ਜਾਵੇ, ਤੇ ਸੈਟਲਮੈਂਟ ਆਫੀਸਰ ਜਿਹੜਾ ਪਟਵਾਰੀ ਹੁੰਦਾ ਉਹਦੀ ਸੁਪਰਵਿਜ਼ਨ 'ਚ ਕੰਮ ਕਰ ਰਿਹਾ ਹੁੰਦਾ ਹੈ, ਉਹਦੇ ਜਵਾਬ ਲੈ ਕੇ ਜੋ ਵੀ ਹੈਗਾ ਕੁਐਸਚਨ ਹੈ, ਕੁਐਸਚਨ ਆਨਸਰ ਲੈ ਕੇ ਜਿਹੜੀ ਹੈਗੀ ਕੁਐਸਚਨ ਦੀ ਆਨਸਰ ਵਗੈਰਾ ਉਹ ਜਿਹੜਾ ਸੰਬੰਧਿਤ ਕੋਰਟ ਨੂੰ ਭੇਜ ਦਿੱਤਾ ਜਾਂਦਾ ਹੈ, ਕੋਰਟ ਵੱਲੋਂ, ਸੈਟਲਮੈਂਟ ਆਫੀਸਰ ਵੱਲੋਂ। ਜਿਹੜੀ ਕਮਿਸ਼ਨ ਦੀ ਜਿਹੜੀ ਹੈਗੀ ਹੈ, ਕਮਿਸ਼ਨਸ ਕਦੋਂ ਨਿਯੁਕਤ ਕੀਤਾ ਜਾਂਦਾ ਹੈ? ਜਦੋਂ ਅਸੀਂ ਪਹਿਲਾਂ CPC ਪੜ੍ਹਿਆ ਸੀਗਾ, ਸੈਕਸ਼ਨ 75 ਤੋਂ ਲੈ ਕੇ ਸੈਕਸ਼ਨ 78 ਹੈ ਜੀ, ਐਂਡ ਆਰਡਰ 26 'ਚ ਹੈਗਾ CPC ਦੇ ਵਿੱਚ ਕਮਿਸ਼ਨ ਕਦੋਂ ਨਿਯੁਕਤ ਕੀਤੇ ਜਾਂਦੇ ਨੇ? ਜਦੋਂ ਕੋਈ ਵਿਅਕਤੀ ਜਿਹੜਾ ਇਨ ਪਰਸਨ ਬਹੁਤ ਜ਼ਿਆਦਾ ਦੂਰ ਰਹਿੰਦਾ ਹੋਵੇ ਜਾਂ ਕਿਸੇ ਕਾਰਨ ਕੋਰਟ ਦੇ ਵਿੱਚ ਨਾ ਪੇਸ਼ ਹੋ ਸਕਦਾ ਹੋਵੇ ਇਨ ਪਰਸਨ, ਤਾਂ ਜਿਹੜੀ ਕਮਿਸ਼ਨ ਦੀ ਪ੍ਰੋਵੀਜ਼ਨ ਹੈਗੀ ਹੈ ਵੀ ਉੱਥੇ ਕਮਿਸ਼ਨ ਭੇਜਿਆ ਜਾਂਦਾ ਹੈ, ਜਾਂ ਜਿੱਥੇ ਵੀ ਵਿਅਕਤੀ ਉਹ ਰਹਿ ਰਿਹਾ ਹੈਗਾ ਉੱਥੇ ਜਿਹੜੀ ਕੰਸਰਨਡ ਕੋਰਟ ਹੁੰਦੀ ਹੈ, ਜੇ ਰੈਵਨਿਊ ਕੋਰਟ ਦਾ ਨਾਲ ਸੰਬੰਧਿਤ ਕਮਿਸ਼ਨ ਹੈਗਾ ਤਾਂ ਰੈਵਨਿਊ ਕੋਰਟ ਨੂੰ, ਜਾਂ ਸਿਵਲ ਸਿਵਲ ਦੇ ਨਾਲ ਰਿਲੇਟਡ ਹੈਗਾ ਤਾਂ ਕਿਸੇ ਕੋਰਟ ਨੂੰ ਜਿਹੜਾ ਹੈਗਾ ਆਰਡਰ ਭੇਜਿਆ ਜਾਂਦਾ ਹੈ ਕੋਰਟ ਵੱਲੋਂ। ਉਹ ਜਿਹੜੀ ਕੋਰਟ ਹੈਗੀ ਉੱਥੇ ਆਪਣੇ ਕੰਸਰਨਡ ਆਫੀਸਰ ਨੂੰ ਭੇਜ ਕੇ ਤੇ ਜਿਹੜਾ ਉਹਦੀ ਜੋ ਵੀ ਕੁਐਸਚਨ ਕੀਤੇ ਜਾਂਦੇ ਆ ਕੰਸਰਨਡ ਪਰਸਨ ਨੂੰ, ਵਿਟਨੈਸ ਹੋਵੇ, ਠੀਕ ਹੈ, ਉਹ ਲੈ ਕੇ ਰਿਪੋਰਟ ਸਾਰੀ ਕੰਸਰਨਡ ਕੋਰਟ ਨੂੰ ਭੇਜੀ ਜਾਂਦੀ ਹੈ, ਤੇ ਜਿਹੜਾ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਉਹਨੂੰ ਉਹਦੇ ਮੁਤਾਬਕ ਕੋਈ ਐਕਸਪੈਂਸਿਸ ਜਿਹੜੇ ਹੈਗੇ ਨੇ ਅੰਡਰ ਦਾ ਲਾਅ ਉਹ ਦਿੱਤੇ ਜਾਂਦੇ ਹੈਗੇ। ਇਸ਼ੂ ਆਫ ਕਮਿਸ਼ਨ ਟੂ ਦਾ ਰੈਵਨਿਊ ਆਫੀਸ਼ੀਅਲਸ। ਰੈਵਨਿਊ ਆਫੀਸ਼ੀਅਲ ਰੈਵਨਿਊ ਕੋਰਟਾਂ ਜਿਹੜੀਆਂ ਰੈਵਨਿਊ ਸਿਵਲ ਕੋਰਟਾਂ ਵੀ ਅਸੀਂ ਦੇਖਦੇ ਹਾਂ, ਸਿਵਲ ਕੋਰਟਾਂ ਵੱਲੋਂ ਵੀ ਜਾਂ ਰੈਵਨਿਊ ਕੋਰਟਾਂ ਵੱਲੋਂ ਵੀ ਰੈਵਨਿਊ ਆਫੀਸਰ ਨੂੰ, ਰੈਵਨਿਊ ਆਫੀਸ਼ੀਅਲਸ ਨੂੰ, ਕਾਨੂੰਗੋ ਨੂੰ, ਠੀਕ ਹੈ, ਕਿਸੇ ਕੇਸ ਦੀ ਕਿਸੇ ਉਹਦੀ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ, ਕੋਈ ਪ੍ਰੋਸੀਡਿੰਗ ਚੱਲ ਰਹੀਆਂ ਨੇ ਕੋਰਟ ਦੀਆਂ, ਜਿਵੇਂ ਕੋਈ ਅਕਾਊਂਟਸ ਦਾ ਕੰਮ ਹੈ, ਕਿਸੇ ਅਕਾਊਂਟਸ ਆਫੀਸਰ ਨੂੰ, ਠੀਕ ਹੈ, ਕਿਸੇ ਮੈਡੀਕਲ ਨਾਲ ਰਿਲੇਟਡ ਕੋਈ ਵਰਕ ਹੈਗਾ ਤਾਂ ਕਿਸੇ ਮੈਡੀਕਲ ਆਫੀਸਰ ਨੂੰ ਜਿਹੜਾ ਹੈਗਾ ਕਮਿਸ਼ਨ ਬਣਾ ਕੇ ਭੇਜਿਆ ਜਾ ਸਕਦਾ ਹੁੰਦਾ ਹੈ ਕੋਰਟ ਵੱਲੋਂ, ਕੰਸਰਨਡ ਕੋਰਟ ਵੱਲੋਂ, ਜਿਹਦੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੋਵੇ। ਇਸ਼ੂ ਆਫ ਕਮਿਸ਼ਨਸ ਫਾਰ ਦਾ ਲੋਕਲ ਇਨਵੈਸਟੀਗੇਸ਼ਨ। ਕੋਈ ਲੋਕਲ ਇਨਵੈਸਟੀਗੇਸ਼ਨ ਕਰਨੀ ਹੈ, ਜਿਵੇਂ ਕੋਈ ਜ਼ਮੀਨ ਦਾ ਕੇਸ ਚੱਲਦਾ ਹੈ, ਠੀਕ ਹੈ, ਕੋਈ ਪਾਰਟੀਕੂਲਰ ਮੌਕਾ ਜਾ ਕੇ ਦੇਖਣਾ ਹੈਗਾ, ਉੱਥੇ ਰੈਵਨਿਊ ਆਫੀਸਰ ਕਾਨੂੰਗੋ ਹਲਕਾ ਨੂੰ ਵੀ ਜਿਹੜਾ ਕਮਿਸ਼ਨ ਕੋਰਟ ਵੱਲੋਂ ਬਣਾ ਕੇ ਭੇਜਿਆ ਜਾ ਸਕਦਾ ਹੁੰਦਾ ਹੈ। ਡਿਊਟੀਜ਼ ਆਫ ਦਾ ਕਮਿਸ਼ਨਰ ਸੋ ਅਪਾਇੰਟਡ। ਜੋ ਡਿਊਟੀ ਕਮਿਸ਼ਨਰ ਨੂੰ ਦਿੱਤੀ ਗਈ ਹੈ ਵੀ ਕਮਿਸ਼ਨ ਨੇ ਕੀ ਕਰਨਾ ਹੈ, ਜਿਵੇਂ ਮੰਨ ਲਓ ਕੋਈ ਲੈਂਡ ਦੀ ਗੱਲ ਕਰਦੀ ਹੈ, ਲੈਂਡ ਦੀ ਗੱਲ ਕੀਤੀ ਜਾਣੀ ਹੈ, ਕਿੰਨੀ ਲੈਂਡ ਹੈਗੀ ਆ ਮੌਕੇ ਤੇ, ਕੌਣ ਉਹਦੇ ਤੇ ਕੌਣ ਕਬਜ਼ਾ ਹੈਗਾ, ਠੀਕ ਹੈ, ਹਰ ਤਰ੍ਹਾਂ ਦੀ ਜਿਹੜੀ ਰਿਪੋਰਟ ਹੈ ਉਹਦੇ ਤੇ ਕੀ ਬਣਿਆ ਹੋਇਆ ਹੈ, ਹਰ ਤਰ੍ਹਾਂ ਦੀ ਜਿਹੜੀ ਰਿਪੋਰਟ ਹੈਗੀ ਉਹ ਕਮਿਸ਼ਨ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ। ਕੀ ਕੁਐਸਚਨ ਜਿਹੜੀ ਕੋਰਟ ਨੇ ਪੁੱਛੇ ਹੈਗੇ ਆ ਉਹਨਾਂ ਕੁਐਸਚਨਾਂ ਦਾ ਜਿਹੜਾ ਜਵਾਬ ਹੈ, ਜਾਂ ਕੋਈ ਪਾਰਟੀਸ਼ਨ ਦਾ ਕੇਸ ਚੱਲਦਾ ਹੈ ਕਿਸੇ ਕੋਰਟ ਦੇ ਵਿੱਚ, ਜਾਂ ਮਤਲਬ ਕਿ ਇਹ ਕਹਿ ਲਈਏ ਵੀ ਸਿਵਲ ਕੋਰਟ ਦੇ ਵਿੱਚ ਕੋਈ ਕੇਸ ਚੱਲਦਾ ਹੋਵੇ ਜਾਂ ਰੈਵਨਿਊ ਕੋਰਟ ਦੇ ਵਿੱਚ ਕੋਈ ਕੇਸ ਚੱਲਦਾ ਹੋਵੇ, ਤੇ ਉੱਥੇ ਜ਼ਰੂਰਤ ਹੋਵੇ ਵੀ ਬਾਉਂਡਰੀਜ਼ ਕਿਹੜੀਆਂ ਹੈਗੀਆਂ ਨੇ, ਉੱਥੇ ਮੌਕੇ ਤੇ ਕੰਸਟਰਕਸ਼ਨ ਹੋਈ ਵੀ ਹੈ ਨਹੀਂ ਹੋਈ ਵੀ, ਜੇ ਇਹਨੂੰ ਪਾਰਟੀਸ਼ਨ ਕੀਤਾ ਜਾਵੇ ਤਾਂ ਕਿਵੇਂ ਹੋ ਸਕਦੀ ਹੈਗੀ ਹੈ, ਠੀਕ ਹੈ, ਇੱਦਾਂ ਦੇ ਜਿਹੜੇ ਕੁਐਸਚਨਸ ਹੈਗੇ ਨੇ ਉਹ ਜੋ ਰਿਪੋਰਟ ਕਾਰਡ ਕਮਿਸ਼ਨਰ ਤੋਂ ਮੰਗੀ ਗਈ ਹੈ ਉਹੀ ਰਿਪੋਰਟ ਕਮਿਸ਼ਨਰ ਵੱਲੋਂ ਕੁਐਸਚਨ ਦਾ ਜਿਹੜਾ ਜਵਾਬ ਹੈਗਾ ਉਹ ਬਣਾ ਕੇ ਦਿੱਤਾ ਜਾਂਦਾ ਹੈ ਕੋਰਟ ਕੰਸਰਨ। ਸਿਲੈਕਸ਼ਨ ਆਫ ਦਾ ਕਮਿਸ਼ਨਰ। ਸਿਲੈਕਸ਼ਨ ਕਿਵੇਂ ਹੁੰਦੀ ਹੈ? ਗ੍ਰੇਟ ਕੇਅਰ ਸ਼ੁੱਡ ਬੀ ਐਕਸਰਸਾਈਜ਼ਡ ਬਾਈ ਦਾ ਕੋਰਟਸ in selecting the persons for the appointment of the commissions. For the purpose of making local inquiry, and the deputy commissioner should exercise strict supervisions over the action of the subordinate courts. In this respect, the actual employment the same persons ਕਹੇ ਵੀ ਬਾਰ-ਬਾਰ ਇੱਕੋ ਹੀ ਬੰਦੇ ਨੂੰ ਜਿਹੜਾ ਹੈਗਾ ਕਮਿਸ਼ਨ ਬਣਾ ਕੇ ਨਹੀਂ ਭੇਜਣਾ ਚਾਹੀਦਾ। petition writers and the persons who hang about the courts should not be permitted. ਜਿਹੜੇ petition writers ਵਗੈਰਾ ਹੁੰਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਕਮਿਸ਼ਨ ਬਣਾਉਣ ਤੋਂ ਗਰੇਜ਼ ਕਰਨਾ ਚਾਹੀਦਾ ਹੈਗਾ। ਫਿਰ ਨਾਲ ਹੀ ਕਿਹਾ ਗਿਆ the courts readers, ministerial officers should never be appointed to make the local investigation. Revenue officers or professional men such as engineers, contractors, auctioneers and accountants ਜਿਸ ਵਿਸ਼ੇ ਨਾਲ ਸੰਬੰਧਿਤ ਹੋਵੇ, ਠੀਕ ਹੈ, ਉਸੇ ਵਿਸ਼ੇ ਦੇ ਜਿਹੜਾ ਆਫੀਸਰ ਕੋਈ ਹੈਗਾ, ਰੈਵਨਿਊ ਦਾ ਕੰਮ ਹੋਵੇ, ਰੈਵਨਿਊ ਤਹਿਸੀਲਦਾਰ ਨੂੰ, ਕਾਨੂੰਗੋ ਨੂੰ, ਠੀਕ ਹੈ, ਕੋਈ ਟੈਕਨੀਕਲ ਵਰਕ ਹੋਵੇ, ਕੰਟਰੈਕਟਰਸ, ਆਕਸ਼ਨਰਸ ਦਾ, ਅਕਾਊਂਟਸ ਦਾ ਕੰਮ ਹੋਵੇ, ਉਹਦੇ ਮੁਤਾਬਕ ਜਿਹੋ ਜਿਹਾ ਕੰਮ ਹੈਗਾ, ਜਿਹੋ ਜਿਹੀ ਰਿਪੋਰਟ ਚਾਹੀਦੀ ਹੈ, ਉਹ ਜਿਹੇ ਕੰਸਰਨਡ ਪਰਸਨ ਉਸੇ ਲਾਈਨ ਦੇ ਬੰਦੇ ਨੂੰ ਹੀ ਕਮਿਸ਼ਨ ਬਣਾਇਆ ਜਾਂਦਾ ਹੈਗਾ।
ਜੇਕਰ ਕਿਸੇ ਕੋਈ ਵਿਅਕਤੀ ਫੋਰਨ 'ਚ ਰਹਿੰਦਾ ਹੈ, ਫੋਰਨ ਦੇ ਵਿੱਚ ਜ਼ਰੂਰਤ ਹੈਗੀ ਹੈ ਕੋਈ ਕਮਿਸ਼ਨ ਤੋਂ ਕਿਸੇ ਰਿਪੋਰਟ ਲੈਣ ਦੀ, ਤਾਂ ਫੋਰਨ ਕੋਰਟ ਨੂੰ ਵੀ ਕਮਿਸ਼ਨ ਬਣਾ ਕੇ ਭੇਜਿਆ ਜਾ ਸਕਦਾ ਹੈ। ਫੋਰਨ ਕੋਰਟ ਹੀ ਉਸ ਵਿਅਕਤੀ ਨੂੰ ਉੱਥੇ ਲੈ ਕੇ ਉਹਦੀ ਜਿਹੜੀ ਹੈਗੀ ਹੈ ਕੁਐਸਚਨ ਆਨਸਰ ਕਰਕੇ ਉਹਦੀ ਰਿਪੋਰਟ ਹੈ ਕੰਸਰਨਡ ਕੋਰਟ ਨੂੰ ਭੇਜ ਸਕਦੀ ਹੈ। ਨੈਕਸਟ 87 'ਚ ਕੀ ਕਿਹਾ ਗਿਆ? ਨੋਟਿਸ ਆਫ ਡੇ ਆਫ ਟ੍ਰਾਇਲ ਐਂਡ ਐਡਜਰਨਮੈਂਟਸ। Notice of day of trial reasonably sufficient to enable the parties to attend with their witnesses should be given। ਚਲੋ ਪ੍ਰੋਸੀਜਰ ਹੈ ਕੋਰਟ ਦਾ ਕਿ ਜਿਹੜੀਆਂ ਪਾਰਟੀਆਂ ਹੈਗੀਆਂ ਨੇ, ਕੰਸਰਨ ਪਾਰਟੀਆਂ ਜਿਹਨਾਂ ਦਾ ਕੇਸ ਚੱਲਦਾ ਹੈਗਾ, ਉਹਨਾਂ ਦੇ ਮੁਤਾਬਕ ਥੋੜਾ ਜਿਹਾ ਉਹਨਾਂ ਦੀ ਜਿਹੜੀ ਹੈਗੀ ਆ ਉਸ ਨੂੰ ਧਿਆਨ 'ਚ ਰੱਖਦੇ ਹੋਏ ਜਿਹੜੀ ਹੈਗੀ ਆ ਕੇਸ ਨੂੰ ਕੋਈ ਐਡਜਰਨ ਕਰਨਾ ਹੁੰਦਾ ਹੈ, ਕੋਈ ਡੇਟ ਪਾਣੀ ਹੁੰਦੀ ਹੈ, ਠੀਕ ਹੈ, ਉਹਦੇ ਮੁਤਾਬਕ ਜਿਹੜਾ ਹੈਗਾ ਡੇਟਸ ਦਿੱਤੀਆਂ ਜਾਂਦੀਆਂ ਨੇ। ਵਕੀਲਾਂ ਨੂੰ ਪੁੱਛ ਲਿਆ ਜਾਂਦਾ ਵੀ ਤੁਸੀਂ ਫ੍ਰੀ ਹੋ ਇਸ ਟਾਈਮ ਦੇ ਵਿੱਚ, ਇਸ ਡੇਟ ਦੇ ਦਿੱਤੀ ਜਾਵੇ। ਨੈਕਸਟ ਹੈਗਾ ਐਡਜਰਨਮੈਂਟਸ ਔਨ ਦਾ ਪੇਮੈਂਟ ਆਫ ਕਾਸਟ। ਕਈ ਵਾਰੀ ਕੀ ਹੁੰਦਾ, ਇੱਕ ਪਾਰਟੀ ਵਾਰ-ਵਾਰ ਜਿਹੜੇ ਹੈਗੀ ਹੈ ਐਡਜਰਨਮੈਂਟਸ ਡੇਟਾਂ ਤਰੀਕਾਂ ਲਈ ਜਾਂਦੀ ਹੁੰਦੀ ਹੈ, ਤਾਂ ਦੂਜੀ ਪਾਰਟੀ ਵਾਰ-ਵਾਰ ਆਉਂਦੀ ਹੈ, ਉਹਦਾ ਟਾਈਮ ਵੇਸਟ ਹੁੰਦਾ, ਉਹਦਾ ਖਰਚਾ ਵੀ ਹੁੰਦਾ ਹੈਗਾ। ਇਸ ਕਰਕੇ ਕੋਰਟ ਜੇ ਚਾਹੇ ਤਾਂ ਕੋਰਟ ਕਾਸਟ ਲੈ ਕੇ ਜਿਹੜੀ ਹੈਗੀ ਡੇਟ ਹੈ ਦੇ ਸਕਦੀ ਹੈਗੀ ਹੈ। ਜਿਹੜੀ ਪਾਰਟੀ ਵਾਰ-ਵਾਰ ਡੇਟਾਂ ਲੈਂਦੀ ਹੈ ਉਹਦੋਂ ਕਾਸਟ ਭਰਵਾਈ ਜਾ ਸਕਦੀ ਹੁੰਦੀ ਹੈ। ਇਹ ਜਿਹੜੀ ਕਾਸਟ ਹੁੰਦੀ ਹੈ ਇਹ ਸੈਕੰਡ ਪਾਰਟੀ ਨੂੰ ਦੇਣੀ ਹੁੰਦੀ ਹੈ ਜਿਹੜੀ ਪਾਰਟੀ ਦਾ ਟਾਈਮ ਖਰਾਬ ਹੋ ਰਿਹਾ ਹੁੰਦਾ ਹੈ। ਵਿਟਨੈਸ ਸ਼ੁੱਡ ਬੀ ਐਗਜ਼ਾਮਿਨਡ ਔਨ ਦਾ ਡੇ ਔਨ ਵਿਚ ਦੇ ਅਟੈਂਡ। ਜਨਰਲ ਲਾਅ ਇਹੀ ਹੈਗਾ ਵੀ ਜੇ ਕੋਈ ਪਟਵਾਰੀ ਹਲਕਾ ਜਾਂ ਕੋਈ ਹੋਰ ਕਰਮਚਾਰੀ, ਕੋਈ ਸਰਕਾਰੀ ਕਰਮਚਾਰੀ ਜਾਂ ਕੋਈ ਪ੍ਰਾਈਵੇਟ ਵਿਟਨੈਸ ਜਦੋਂ ਵੀ ਕਿਤੇ ਕੋਰਟ ਦੇ ਵਿੱਚ ਬੁਲਾਇਆ ਜਾਂਦਾ ਹੈਗਾ, ਇਹ ਲਾਅ ਹੈਗਾ ਵੀ ਉਸਦੀ ਜਿਹੜੀ ਗਵਾਹੀ ਹੈ ਉਸੇ ਦਿਨ ਲੈ ਲਈ ਜਾਵੇ, ਉਹਨੂੰ ਵਾਰ-ਵਾਰ ਗੇੜੇ ਨਾ ਮਾਰਨੇ ਪੈਣ। Court to note when each party has used his case। ਜਿੱਥੇ ਕਿਤੇ ਲੋਅਰ ਕੋਰਟ ਦੇ ਵਿੱਚ ਕੋਈ ਵਿਟਨੈਸ ਜਿਹੜਾ ਹੈਗਾ ਮੋਰ ਵਿਟਨੈਸਸ ਟੂ ਪ੍ਰੋਡਿਊਸ। ਜਨਰਲ ਲਾਅ ਇਹ ਹੈਗਾ ਵੀ ਜਿਹੜੇ ਵਿਟਨੈਸ ਹੈਗੇ ਆ ਉਹ ਲੋਅਰ ਕੋਰਟ ਦੇ ਇਨੀਸ਼ੀਅਲ ਸਟੇਜ ਤੇ ਹੀ ਜਿਹੜੇ ਹੈਗੇ ਨੇ ਭੁਗਤਾਏ ਜਾਂਦੇ ਨੇ। ਪਰ ਜਿੱਥੇ ਕਿਤੇ ਪਰ ਚਾਂਸ ਕੋਰਟ ਨੇ ਕੋਈ ਵਿਟਨੈਸ ਲੈਣ ਤੋਂ ਇਨਕਾਰ ਕਰ ਦਿੱਤਾ ਹੋਵੇ, ਉਹਦੀ ਗਵਾਹੀ ਨਾ ਲਈ ਹੋਵੇ, ਤਦ ਜਾ ਕੇ ਜਿਹੜਾ ਉਹ ਪਾਰਟੀ ਹੈਗੀ ਆ ਅਪੀਲੈਂਟ ਕੋਰਟ ਦੇ ਵਿੱਚ ਜਾ ਕੇ ਆਪਣੇ ਉਸ ਵਿਟਨੈਸ ਨੂੰ ਭੁਗਤਾ ਸਕਦੀ ਹੈਗੀ ਹੈ। ਇਹੀ ਕਿਹਾ ਗਿਆ 91 'ਚ ਐਗਜ਼ਾਮੀਨੇਸ਼ਨ ਆਫ ਵਿਟਨੈਸ ਹਾਊ ਟੂ ਬੀ ਕੰਡਕਟਡ। ਐਗਜ਼ਾਮੀਨੇਸ਼ਨ ਕਿਵੇਂ ਹੁੰਦੀ ਹੈ? ਪਹਿਲਾ ਐਗਜ਼ਾਮੀਨੇਸ਼ਨ ਜਿਹੜੀ ਪਾਰਟੀ ਕਿਸੇ ਵਿਟਨੈਸ ਨੂੰ ਪੇਸ਼ ਕਰਦੀ ਹੈ, ਠੀਕ ਹੈ, ਪਹਿਲਾਂ ਉਹਦਾ ਵਕੀਲ ਗਵਾਹੀ ਲੈਂਦਾ ਉਸਦੀ, ਜਿਹਨੂੰ ਐਗਜ਼ਾਮੀਨੇਸ਼ਨ ਚੀਫ ਕਹਿ ਦਿੰਦੇ ਅਸੀਂ, ਐਗਜ਼ਾਮੀਨੇਸ਼ਨ ਇਨ ਚੀਫ। ਫਿਰ ਦੂਜੀ ਪਾਰਟੀ ਗਵਾਹੀ ਲੈਂਦੇ, ਦੂਜੀ ਪਾਰਟੀ ਕੁਐਸਚਨ ਕਰਦੀ ਹੈ ਜਾਂ ਕ੍ਰਾਸ ਐਗਜ਼ਾਮੀਨੇਸ਼ਨ ਕਹਿੰਦੇ ਆ ਉਸਨੂੰ, ਠੀਕ ਹੈ। ਕ੍ਰਾਸ ਐਗਜ਼ਾਮੀਨੇਸ਼ਨ ਤੋਂ ਬਾਅਦ ਜੇਕਰ ਫਿਰ ਉਹੀ ਪਾਰਟੀ ਦਾ ਵਕੀਲ ਜਿਹੜੀ ਪਾਰਟੀ ਨੇ ਬੁਲਾਇਆ ਹੁੰਦਾ ਗਵਾਹ ਨੂੰ ਆਪਣੇ ਨੂੰ, ਜੇ ਦੁਬਾਰਾ ਫਿਰ ਕੋਈ ਕੁਐਸਚਨ ਕਰਨਾ ਚਾਹੁੰਦਾ ਕੋਈ ਕਲੈਰੀਫਿਕੇਸ਼ਨ ਦੀ ਖਾਤਰ, ਤਾਂ ਉਸਨੂੰ ਰੀ ਐਗਜ਼ਾਮੀਨੇਸ਼ਨ ਕਿਹਾ ਜਾਂਦਾ ਹੈ। ਜੇਕਰ ਕੋਰਟ ਚਾਹੇ ਤਾਂ ਕੋਰਟ ਵੀ ਜਿਹੜਾ ਵਿਟਨੈਸ ਹੈਗੇ ਆ ਉਸਨੂੰ ਆਪਣੇ ਪੱਧਰ ਤੇ ਵੀ ਕੁਐਸਚਨ ਕਰ ਸਕਦੀ ਹੈ। ਜਨਰਲ ਇੰਸਟਰਕਸ਼ਨਸ ਐਸ ਟੂ ਜਜਮੈਂਟ। ਉਸ ਤੋਂ ਬਾਅਦ ਜਦੋਂ ਗਵਾਹੀਆਂ ਸਾਰੀਆਂ ਹੋ ਗਈਆਂ, ਠੀਕ ਹੈ, ਤੇ ਜਿਹੜੇ ਇਸ਼ੂ ਸੀਗੇ ਉਹ ਫਰੇਮ ਹੋਏ ਹੋਏ ਸੀ, ਉਹਦੇ ਮੁਤਾਬਕ ਸਾਰੀਆਂ ਗਵਾਹੀਆਂ ਵੀ ਹੋ ਗਈਆਂ। ਉਸ ਤੋਂ ਬਾਅਦ ਕੀ ਹੁੰਦਾ ਤੇ ਕੋਰਟ ਵੱਲੋਂ ਜਿਹੜੀ ਹੈਗੀ ਆਪਣੀ ਜਜਮੈਂਟ ਦਿੱਤੀ ਜਾਂਦੀ ਹੈ। ਜਜਮੈਂਟ ਡਿਟੇਲ ਦੇ ਵਿੱਚ ਦਿੱਤੀ ਜਾਂਦੀ ਹੈ, ਕਿਹੜੀ ਪਾਰਟੀ ਨੇ ਕੀ ਫਾਈਲ ਕੀਤਾ ਸੀ, ਕੀ ਮੰਗਿਆ ਸੀਗਾ, ਠੀਕ ਹੈ, ਉਹਨੇ ਆਪਦੇ ਗਵਾਹਾਂ ਨੂੰ ਤੋਂ ਕੀ ਮਤਲਬ ਕਿ ਪ੍ਰੂਵ ਕਰਵਾਇਆ, ਤਾਂ ਦੂਜੀ ਪਾਰਟੀ ਨੇ ਕੀ ਪ੍ਰੂਵ ਕਰਵਾਇਆ, ਕਿਹੜੇ ਇਸ਼ੂ ਕਿਹੜੀ ਪਾਰਟੀ ਦੇ ਹੱਕ 'ਚ ਹੋਏ, ਕਿਹੜੇ ਇਸ਼ੂ ਕਿਹੜੀ ਪਾਰਟੀ ਦੇ ਹੱਕ ਦੇ ਵਿੱਚ ਹੋਏ, ਕਿਹੜੀ ਪਾਰਟੀ ਦੇ ਖਿਲਾਫ ਹੋਏ, ਇਹ ਸਾਰਾ ਕੁਝ ਦਰਸਾਉਂਦੇ ਹੋਏ ਜਿਹੜੀ ਜਨਰਲ ਜਿਹੜੀ ਜਜਮੈਂਟ ਹੈਗੀ ਹੈ ਡਿਟੇਲ ਦੇ ਵਿੱਚ, ਠੀਕ ਹੈ, ਉਹ ਕੋਰਟ ਵੱਲੋਂ ਜਾਰੀ ਕੀਤੀ ਜਾਂਦੀ ਹੈ। ਐਵੀਡੈਂਸ ਐਂਡ ਫਾਈਨਲ ਆਰਡਰ ਟੂ ਬੀ ਰਿਕਾਰਡਡ ਲੀਜ਼ੀਬਲੀ। ਮਤਲਬ ਇਹ ਕਿਹਾ ਵੀ ਜਿਹੜੀ ਜਜਮੈਂਟ ਹੈਗਾ ਫਾਈਨਲ ਆਰਡਰ ਹੈ ਸਾਫ ਸੁਥਰਾ ਹੋਣਾ ਚਾਹੀਦਾ ਹੈ, ਪੜ੍ਹਨਯੋਗ ਹੋਣਾ ਚਾਹੀਦਾ ਹੈ। Judgments must be written and announced within 14 days from the date on the which arguments and heard। ਜਦੋਂ ਆਰਗੂਮੈਂਟ ਹੋ ਗਈਆਂ ਦੋਨੇ ਪਾਰਟੀਆਂ ਦੀਆਂ, ਠੀਕ ਹੈ, ਬਹਿਸਬਾਜ਼ੀ ਹੋ ਗਈ, ਤੇ ਉਸ ਤੋਂ ਬਾਅਦ ਫਿਰ 14-15 ਦਿਨ ਜਿਹੜੇ ਦਿੱਤੇ ਗਏ ਨੇ ਉਹਦੇ ਮੁਤਾਬਕ ਹੈਗੀ ਹੈ ਜਿਹੜੀ ਜਜਮੈਂਟ ਹੈ ਅਨਾਉਂਸ ਕੀਤੀ ਜਾਣੀ ਚਾਹੀਦੀ ਹੁੰਦੀ ਹੈ। ਫਿਰ ਜਜਮੈਂਟ ਦੇ ਨਾਲ ਹੀ ਡਿਗਰੀ ਪਾਸ ਹੁੰਦੀ ਹੈ, ਡਿਗਰੀ ਸ਼ਾਰਟ ਦੇ ਵਿੱਚ ਹੁੰਦੀ ਹੈ, ਠੀਕ ਹੈ।
ਜਿਹੜੀ ਜੱਜਮੈਂਟ ਹੈਗੀ, ਜਿਹੜੀ ਡਿਗਰੀ ਹੈਗੀ ਜੱਜਮੈਂਟ ਦੇ ਨਾਲ ਹੀ ਮੇਲ ਖਾਣੀ ਹੋਣੀ ਚਾਹੀਦੀ, ਜੱਜਮੈਂਟ ਤੋਂ ਅੰਗੇਂਸਟ ਨਹੀਂ ਹੋਣੀ ਚਾਹੀਦੀ, ਪਰ ਇਹ ਸ਼ਾਰਟ ਦੇ ਵਿੱਚ ਹੁੰਦੀ ਹੈ। ਪਾਰਟੀਆਂ ਦੇ ਨਾਮ ਦੱਸੇ ਜਾਂਦੇ ਨੇ, ਲਾਸਟ ਜਿਹੜਾ ਫਾਈਨਲ ਆਰਡਰ ਕੋਰਟ ਵੱਲੋਂ ਕੀ ਕੀਤਾ ਗਿਆ ਇਹਦੇ ਡਿਗਰੀ ਦਰਸਾਇਆ ਜਾਂਦਾ ਹੈਗਾ। ਪੂਰਾ ਡਿਟੇਲ ਜਿਹੜੀ ਹੈਗੀ ਉਹ ਜੱਜਮੈਂਟ 'ਚ ਹੁੰਦੀ ਹੈ, ਫਾਈਨਲ ਡਿਗਰੀ ਦੇ ਵਿੱਚ ਹੁੰਦਾ ਸ਼ਾਰਟ ਦੇ ਵਿੱਚ ਆਰਡਰ ਕੋਰਟ ਆਫ ਦਾ ਕੋਰਟ। ਸਟੈਂਡਰਡ ਫਾਰਮਸ ਉਹਦਾ ਡਿਗਰੀ ਪ੍ਰਸਕ੍ਰਾਈਬਡ ਇਨ ਸਰਟਨ ਕੇਸਿਸ, ਸਟੈਂਡਰਡ ਫਾਰਮ ਵੀ ਬਣੇ ਹੁੰਦੇ ਨੇ, ਉਹਦੇ ਮੁਤਾਬਕ ਦੀ ਜੱਜਮੈਂਟ ਦਿੱਤੀ ਜਾਂਦੀ ਹੈ। ਪਾਵਰ ਆਫ ਦਾ ਕੋਰਟਸ ਟੂ ਬੀ ਡਿਸਕਲੋਜ਼ਡ, ਛੱਡੋ ਇਸ ਨੂੰ ਕਿ ਚਲੋ ਡਿਗਰੀ ਬੇਸਡ ਔਨ ਦਾ ਕੰਪਰੋਮਾਈਜ਼। ਕਈ ਵਾਰੀ ਪਾਰਟੀਆਂ ਵਿੱਚ ਕੰਪਰੋਮਾਈਜ਼ ਹੋ ਜਾਂਦਾ ਹੈ, ਠੀਕ ਹੈ। ਕੰਪਰੋਮਾਈਜ਼ ਜਿਹੜਾ ਹੁੰਦਾ ਹੈ ਜਦੋਂ ਕੋਰਟ ਕੰਪਰੋਮਾਈਜ਼ ਦੇ ਮੁਤਾਬਕ ਜੇ ਕਿਸੇ ਥਰਡ ਪਰਸਨ ਨੂੰ ਕੋਈ ਇਹਦਾ ਲਾਸ ਨਾ ਹੋਵੇ, ਕਿਸੇ ਹੋਰ ਪਾਰਟੀ ਨੂੰ, ਜਿਹੜੀ ਕੋਈ ਪਾਰਟੀ ਦੇ ਇਹਦੇ ਵਿੱਚ ਪਾਰਟੀ ਨਾ ਹੋਵੇ ਕੇਸ ਦੇ ਵਿੱਚ, ਤਾਂ ਜਿਹੜੀ ਕੋਰਟ ਹੈਗੀ ਹੈ ਡਿਗਰੀ ਪਾਸ ਕਰ ਦਿੰਦੀ ਹੈ। ਤੇ ਡਿਗਰੀ ਦੇ ਨਾਲ ਹੀ ਲਿਖਿਆ ਜਾਂਦਾ ਵੀ ਦਿਸ ਕੰਪਰੋਮਾਈਜ਼ ਇਜ਼ ਦਾ ਪਾਰਟ ਆਫ ਦਾ ਡਿਗਰੀ। ਕੰਪਰੋਮਾਈਜ਼ ਦੇ ਮੁਤਾਬਕ ਹੀ ਫਿਰ ਜਿਹੜਾ ਇੰਪਲੀਮੈਂਟੇਸ਼ਨ ਹੋ ਜਾਂਦੀ ਹੈ। ਚਲੋ ਇਹ ਕਿਹਾ ਗਿਆ ਵੀ ਅਪੀਲੈਂਟ ਰਿਸਪੋਂਡੈਂਟ ਦਾ ਜਿਹੜੀ ਟਰਮ ਹੈ ਨਾ ਯੂਜ਼ ਕਰੋ, ਪਲੈਂਟਿਵ ਡਿਫੈਂਡੈਂਟ ਦੀ ਟਰਮ ਰੱਖੋ। ਅੱਗੇ ਕੀ ਆ ਗਿਆ, ਡੈਥ, ਮੈਰਿਜ, ਇਨਸੋਲਵੈਂਸੀ ਆਫ ਦਾ ਪਾਰਟੀਜ਼। ਜੇ ਕਿਸੇ ਕੇਸ ਚੱਲਦੇ ਦੌਰਾਨ ਕਿਸੇ ਦੀ ਡੈਥ ਹੋ ਜਾਂਦੀ ਹੈ ਪਾਰਟੀ ਦੀ, ਜਾਂ ਕਿਸੇ ਦੀ ਪਾਰਟੀ ਦੀ ਮੈਰਿਜ ਹੋ ਜਾਂਦੀ ਹੈ, ਜਾਂ ਕੋਈ ਇਨਸੋਲਵੈਂਟ ਹੋ ਜਾਂਦਾ ਹੈਗਾ, ਠੀਕ ਹੈ, ਉਹਦੇ ਨਾਲ ਕਹਿੰਦੇ ਕਿ ਕੇਸ ਜਿਹੜਾ ਹੈਗਾ ਬੰਦ ਨਹੀਂ ਕੀਤਾ ਜਾਂਦਾ, ਠੀਕ ਹੈ। ਉਹਦੇ ਜਿਹੜੇ ਲੀਗਲ ਹੇਅਰਸ ਹੁੰਦੇ ਆ ਅੱਗੇ, ਉਹਨਾਂ ਨੂੰ ਪਾਰਟੀ ਬਣਾ ਲਿਆ ਜਾਂਦਾ ਹੈ। ਨੈਕਸਟ ਸਾਡਾ ਸਟੈਂਡਿੰਗ ਆਰਡਰ ਹੈਗਾ 7 ਸਟੈਂਡਿੰਗ ਆਰਡਰ ਸਾਡਾ ਹੈਗਾ ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ ਐਂਡ ਨਾਨ ਸਰਵਿਸਿਜ਼ ਪੈਨਸ਼ਨਰਸ। ਇਹ ਜ਼ਿਆਦਾ ਰੈਲੀਵੈਂਟ ਇਹਨਾਂ ਨੂੰ ਬਾਅਦ ਦੇਖਦੇ ਆਪਾਂ। ਇਹ ਅੱਜ ਦੇ ਟਾਈਮ 'ਚ ਇਹ ਪ੍ਰੈਕਟਿਸ ਦੇ ਵਿੱਚ ਨਹੀਂ ਹੈਗਾ। ਸੈਕਸ਼ਨ 20 ਤੇ ਆ ਜਾਓ, ਆਰਡਰ 20 ਲਿਖ ਲਓ। ਇਹ ਮੈਂ ਤੁਹਾਨੂੰ ਦੱਸ ਦੇਣਾ, ਜਵਾਨੀ ਜ਼ਿਆਦਾ ਦੇ ਤੇ ਟਾਈਮ ਅਸੀਂ ਵੇਸਟ ਨਹੀਂ ਕਰਾਂਗੇ। ਜਿਹੜੀ ਇਹ ਆਰਡਰ 7 ਹੈਗਾ, ਇਹ ਜ਼ਿਆਦਾਤਰ ਜ਼ਗੀਰਾਂ ਦੇ ਨਾਲ ਸੰਬੰਧਿਤ ਹੈ। ਜ਼ਗੀਰ, ਮਿਲਟਰੀ ਜ਼ਗੀਰ, ਗ੍ਰਾਂਟਸ, ਫੌਜੀ ਜ਼ਗੀਰ, ਸਪੈਸ਼ਲ ਜ਼ਗੀਰ ਕੀ ਹੁੰਦੀਆਂ ਨੇ। ਜ਼ਿਆਦਾਤਰ ਹੁਣ ਜੋ ਹੁਣ ਇਸ ਵੇਲੇ ਪ੍ਰੈਕਟਿਸ ਚੱਲ ਰਿਹਾ ਉਹ ਹੈ, ਜਿਵੇਂ ਕੋਈ ਕਿਸੇ ਵਿਅਕਤੀ ਨੂੰ ਕੋਈ ਸੈਂਟਰਲ ਗਵਰਨਮੈਂਟ ਨੇ ਕੋਈ ਜ਼ਗੀਰ ਦਿੱਤੀ ਹੈ। ਜ਼ਗੀਰ ਦਾ ਮਤਲਬ ਕੋਈ ਜ਼ਮੀਨ ਦਿੱਤੀ ਹੈ ਕਿਸੇ ਮਤਲਬ ਕਿ ਰਿਵਾਰਡ ਦੇ ਰੂਪ ਦੇ ਵਿੱਚ, ਤਾਂ ਉਹ ਜਿਸ ਸਟੇਟ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਕਿਸੇ ਮਿਲਟਰੀ ਆਫੀਸਰ ਨੂੰ ਜਾਂ ਮਿਲਟਰੀ ਆਫੀਸਰ ਦੇ ਪਰਿਵਾਰ ਨੂੰ ਕੋਈ ਜ਼ਮੀਨ ਦੇਣੀ ਹੁੰਦੀ ਹੈ, ਤਾਂ ਕੰਸਰਨਡ ਜਿਹੜੀ ਸਟੇਟ ਹੁੰਦੀ ਹੈ, ਸਟੇਟ ਦੇ ਸੀਐਮ ਨੂੰ, ਜਿਹੜੀ ਚੀਫ ਸੈਕਟਰੀ ਨੂੰ ਜਿਹੜੀ ਰਿਪੋਰਟ ਹੈ ਉਹ ਭੇਜੀ ਜਾਂਦੀ ਹੈ, ਆਰਡਰ ਭੇਜਿਆ ਜਾਂਦਾ ਹੈ ਸੈਂਟਰਲ ਗਵਰਨਮੈਂਟ ਵੱਲੋਂ। ਚੀਫ ਸੈਕਟਰੀ ਨੂੰ ਦੇ ਨਾਲ ਹੀ ਜਿਹੜਾ ਆਰਡਰ ਹੁੰਦਾ ਉਹ ਕਾਪੀ ਉਹਦੇ ਕੋਲ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਕੋਲੇ ਆਉਂਦੀ ਹੈਗੀ ਹੈ। ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਵੱਲੋਂ ਫਿਰ ਕੀ ਹੁੰਦਾ ਹੈ, ਉਸ ਆਰਡਰ ਨੂੰ ਜਿਹੜਾ ਜੋ ਰਿਕੁਆਇਰਮੈਂਟ ਹੁੰਦੀ ਹੈ ਐਫਸੀ ਵੱਲੋਂ ਬੁਲਾ ਕੇ ਪੁੱਛਿਆ ਜਾਂਦਾ ਕੰਸਰਨਡ ਪਾਰਟੀ ਨੂੰ ਵੀ ਤੁਸੀਂ ਕਿਹੜੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਜ਼ਮੀਨ ਲੈਣਾ ਚਾਹੁੰਦੇ ਹੋ, ਠੀਕ ਹੈ। ਜੇ ਪਾਰਟੀ ਉਹ ਸਪੈਸੀਫਾਈ ਕਰਦੇ ਵੀ ਸਾਨੂੰ ਫਲਾਣੇ ਡਿਸਟ੍ਰਿਕਟ ਦੀ ਜ਼ਮੀਨ ਦਿੱਤੀ ਜਾਵੇ ਐਜ਼ ਏ ਰਿਵਾਰਡ, ਜੋ ਗਵਰਨਮੈਂਟ ਆਫ ਇੰਡੀਆ ਨੇ ਜੋ ਰਿਵਾਰਡ ਦਿੱਤਾ ਹੈਗਾ, 10 ਕਿੱਲੇ ਜ਼ਮੀਨ ਮੰਨ ਲਓ ਦੇਣੀ ਹੈਗੀ ਹੈ ਕਿਸੇ ਪਰਟੀਕੂਲਰ ਵਿਅਕਤੀ ਨੂੰ, ਤਾਂ ਉਸ ਨੂੰ ਬੁਲਾ ਕੇ ਜਦੋਂ ਦੱਸਦਾ ਵੀ ਮੈਨੂੰ ਫਲਾਣੇ ਡਿਸਟ੍ਰਿਕਟ 'ਚ ਜ਼ਮੀਨ ਦਿੱਤੀ ਜਾਵੇ, ਤਾਂ ਉਸ ਕੰਸਰਨ ਡੀਸੀ ਨੂੰ ਜਿਹੜੀ ਹੈਗਾ ਆਰਡਰ ਭੇਜਿਆ ਜਾਂਦਾ ਹੈ ਵੀ ਇਸ ਵਿਅਕਤੀ ਨੂੰ ਇੰਨੀ ਜ਼ਮੀਨ ਐਜ਼ ਪਰ ਦਾ ਆਰਡਰ ਆਫ ਦਾ ਸੈਂਟਰਲ ਗਵਰਨਮੈਂਟ ਇਸ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈਗੀ ਅਲਾਟ ਕੀਤੀ ਜਾਵੇ। ਸਰਕਾਰੀ ਜ਼ਮੀਨ ਜਿਹੜੀ ਹੈਗੀ ਹੈ, ਸਰਕਾਰੀ ਜ਼ਮੀਨ ਫਿਰ ਕਲੈਕਟਰ ਵੱਲੋਂ ਸਾਰੀਆਂ ਤਹਿਸੀਲਾਂ ਦੇ ਵਿੱਚੋਂ ਸਾਰੇ ਤਹਿਸੀਲਦਾਰਸ ਵੱਲੋਂ ਇਹਦੀ ਰਿਪੋਰਟ ਲਈ ਜਾਂਦੀ ਹੈ, ਜਿੱਥੇ ਵੀ ਕਿਤੇ ਉਹ ਜ਼ਮੀਨ ਹੈਗੀ ਹੈ, ਠੀਕ ਹੈ, ਤਾਂ ਉਹਦੀ ਜਿਹੜੀ ਪਾਰਟੀ ਨੂੰ ਬੁਲਾ ਕੇ ਪੁੱਛ ਲਿਆ ਜਾਂਦਾ ਹੈ ਡਿਸਟ੍ਰਿਕਟ ਹੈੱਡਕੁਆਟਰ ਤੇ ਵੀ ਇਸ ਪਿੰਡ ਦੇ ਆਹ ਪਿੰਡ ਹੈਗੇ ਆ, ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨ ਉਪਲਬਧ ਹੈਗੀ ਹੈ, ਤੁਸੀਂ ਕਿਹੜੇ ਪਿੰਡ ਦੀ ਜ਼ਮੀਨ ਲੈਣਾ ਚਾਹੋਗੇ। ਉਹਦੀ ਰਿਕੁਆਇਰਮੈਂਟ ਦੇ ਮੁਤਾਬਕ ਫਿਰ ਉਸ ਪਿੰਡ ਦੇ ਵਿੱਚ ਜਿਹੜੀ ਜ਼ਮੀਨ ਹੈਗੀ ਹੈ ਉਹ ਅਲਾਟ ਕਰ ਦਿੱਤੀ ਜਾਂਦੀ ਹੈ ਉਸ ਵਿਅਕਤੀ ਨੂੰ, ਡਿਪਟੀ ਕਮਿਸ਼ਨਰ ਵੱਲੋਂ ਅਲਾਟਮੈਂਟ ਕਰਕੇ ਉਸ ਵਿਅਕਤੀ ਦੀ ਜਿਹੜੀ ਰਿਪੋਰਟ ਹੈਗੀ ਹੈ ਫਿਰ ਕੰਸਰਨਡ ਜਿਹੜੀ ਹੈਗੀ ਹੈ ਆਪਣੇ ਐਫਸੀਆਰ ਨੂੰ ਭੇਜ ਦਿੱਤੀ ਜਾਂਦੀ ਹੈ। ਇਹ ਜਨਰਲ ਲਾਅ ਹੈਗਾ ਜਿਹੜਾ ਇਸ ਵੇਲੇ ਚੱਲ ਰਿਹਾ ਹੈਗਾ। ਬਾਕੀ ਕੁਛ ਪੈਨਸ਼ਨ ਦੀ ਗੱਲ ਕੀਤੀ ਗਈ ਹੈ, ਜਿਹੜੀਆਂ ਸੈਂਟਰਲ ਗਵਰਨਮੈਂਟ ਵੱਲੋਂ ਪੈਨਸ਼ਨਾਂ ਲੱਗੀਆਂ ਹੁੰਦੀਆਂ, ਉਹ ਜਿਹੜਾ ਪੈਨਸ਼ਨਸ ਹੈਗੀਆਂ ਨੇ ਉਹ ਪੈਨਸ਼ਨਸ ਜਿਹੜਾ ਡਿਪਾਰਟਮੈਂਟ ਹੈਗਾ ਮਿਲਟਰੀ ਡਿਪਾਰਟਮੈਂਟ ਵੱਲੋਂ ਖੁਦ ਪੇ ਕੀਤੀਆਂ ਜਾਂਦੀਆਂ ਨੇ। ਤੇ ਕਈ ਜਗ੍ਹਾ ਤੇ ਇਹ ਵੀ ਗੱਲ ਕੀਤੀ ਗਈ ਜ਼ਗੀਰਾਂ ਜਿਹੜੀਆਂ ਹੈਗੀਆਂ ਨੇ ਪਿੰਡਾਂ ਦੇ ਵਿੱਚ ਲੈਂਡ ਰੈਵਨਿਊ ਅਸਾਈਨ ਕੀਤਾ ਗਿਆ, ਪਰ ਉਹ ਲੈਂਡ ਰੈਵਨਿਊ ਅਸਾਈਨਮੈਂਟ ਦੀ ਜਿਹੜੀ ਗੱਲ ਹੈ ਹੁਣ ਉਹ ਖਤਮ ਹੋ ਚੁੱਕੀ ਹੈ। ਨਾ ਹੀ ਲੈਂਡ ਰੈਵਨਿਊ ਕਲੈਕਸ਼ਨ ਹੋ ਰਹੀ ਹੈ ਤੇ ਨਾ ਹੀ ਕਿਤੇ ਜਮ੍ਹਾਂ ਹੋ ਰਿਹਾ ਤੇ ਨਾ ਹੀ ਕਿਸੇ ਨੂੰ ਦਿੱਤਾ ਜਾਂਦਾ ਹੈ। ਇਹਦੇ ਵਿੱਚ ਜਨਰਲ ਇਹੀ ਰੂਲ ਹੈਗੇ, ਅੱਗੇ ਬਹੁਤ ਲੰਮੇ ਚੌੜੇ ਹੈਗੇ ਜਿਹੜੇ ਅੱਜ ਦੀ ਜਿਹੜੀ ਪ੍ਰੈਕਟੀਕਲ ਦੇ ਵਿੱਚ ਨਹੀਂ ਹੈਗੇ। ਨੈਕਸਟ ਸਾਡਾ ਜਿਹੜਾ ਆਰਡਰ ਹੈਗਾ ਸਟੈਂਡਿੰਗ ਆਰਡਰ
ਉਹ ਹੈਗਾ 20 ਸਟੈਂਡਿੰਗ ਆਰਡਰ। ਸਟੈਂਡਿੰਗ ਆਰਡਰ ਇਹ ਰੈਲੀਵੈਂਟ ਹੈਗਾ ਹੈਡਮੈਨ ਦੇ ਨਾਲ ਸੰਬੰਧਿਤ ਹੈਗਾ, ਪਿੰਡ ਦੇ ਨੰਬਰਦਾਰ ਦੇ ਨਾਲ। ਪਿੰਡ ਦਾ ਨੰਬਰਦਾਰ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ? ਅਸੀਂ ਪਹਿਲਾਂ ਜਿਹੜੇ ਲੈਂਡ ਰੈਵਨਿਊ ਰੂਲਸ ਪੜ੍ਹ ਕੇ ਗਏ ਹਾਂ, ਠੀਕ ਹੈ। ਉਹ ਰੂਲਸ ਉਹ ਵੀ ਇੱਕ ਪ੍ਰੋਸੀਜਰ ਸੀਗਾ, ਤੇ ਇਹਦੇ ਵਿੱਚ ਹੋਰ ਥੋੜਾ ਬਹੁਤਾ ਪ੍ਰੋਸੀਜਰ ਕਲੀਅਰ ਕੀਤਾ ਗਿਆ ਸਟੈਂਡਿੰਗ ਆਰਡਰ ਨੰਬਰ 20 ਦੇ ਵਿੱਚ। ਰਿਵਾਈਜ਼ਡ ਔਨ ਜਨਵਰੀ 1981। ਇੱਥੇ ਕਿਹਾ ਗਿਆ ਵੇਅਰ ਦਾ ਆਫਿਸ ਆਫ ਦਾ ਹੈਡਮੈਨ ਬਿਕਮਸ ਵੇਕੈਂਟ। ਜਿੱਥੇ ਕਿਤੇ ਕੋਈ ਨੰਬਰਦਾਰ ਦੀ ਡੈਥ ਹੋ ਜਾਂਦੀ ਹੈ ਕਿਸੇ ਕਾਰਨ, ਜਾਂ ਉਹਦੀ ਪੋਸਟ ਖਾਲੀ ਹੋ ਜਾਂਦੀ ਹੈ, ਜਾਂ ਉਹ ਰਿਜ਼ਾਈਨ ਕਰ ਦਿੰਦਾ ਹੈ, ਠੀਕ ਹੈ। ਇਟ ਇਜ਼ ਦ ਡਿਊਟੀ ਆਫ ਦਾ ਤਹਿਸੀਲਦਾਰ ਟੂ ਰਿਪੋਰਟ ਦਾ ਵਿਦਆਊਟ ਡਿਲੇ ਰਿਗਾਰਡਿੰਗ ਦਾ ਅਪਾਇੰਟਮੈਂਟ ਆਫ ਦਾ ਸਕਸੈਸਰ, ਠੀਕ ਹੈ। ਪਟਵਾਰੀ ਹਲਕਾ ਵੱਲੋਂ ਰਿਪੋਰਟ ਆਉਂਦੀ ਹੈ ਵੀ ਫਲਾਣੇ ਪਿੰਡ ਦੀ ਜਿਹੜੀ ਪੋਸਟ ਹੈਗੀ ਉਹ ਖਾਲੀ ਹੋ ਚੁੱਕੀ ਹੈ, ਨੰਬਰਦਾਰ ਦੀ ਕਿਸੇ ਵੀ ਕਾਰਨ, ਜਿਹੜਾ ਰੀਜ਼ਨ ਕੋਈ ਵੀ ਹੋ ਸਕਦਾ ਵੀ ਪੋਸਟ ਖਾਲੀ ਹੈ, ਇਸ ਕਰਕੇ ਜਿਹੜੀ ਪੋਸਟ ਹੈਗੀ ਹੈ ਦੁਬਾਰਾ ਭਰੀ ਜਾਵੇ। ਜਦੋਂ ਨੰਬਰਦਾਰ ਬਣਾਇਆ ਜਾਂਦਾ ਤਾਂ ਉਦੋਂ ਜਿਹੜੀ ਹੈਗੀ ਸਨਦ ਜਾਰੀ ਕੀਤੀ ਜਾਂਦੀ ਹੈ। ਸਨਦ ਦੇ ਨਾਲ ਕੀ ਹੁੰਦਾ ਹੈ, ਪੂਰੀਆਂ ਡਿਊਟੀਜ਼ ਵਗੈਰਾ ਸਨਦ ਦੇ ਵਿੱਚ ਲਿਖੀਆਂ ਹੁੰਦੀਆਂ ਨੇ। ਨੰਬਰਦਾਰ ਦੇ ਕਿਹੜੇ ਕੰਮ ਹੈਗੇ ਆ ਉਹਦੇ, ਉਹ ਸਨਦ ਦੀ ਜਿਹੜੀ ਕਾਪੀ ਹੁੰਦੀ ਹੈ, ਸਨਦ ਦੀ ਕਾਪੀ ਦੇ ਬੈਕ ਤੇ ਜਿਹੜੀਆਂ ਡਿਊਟੀਜ਼ ਦਰਸਾਈਆਂ ਹੁੰਦੀਆਂ ਨੇ। ਇਸ ਸਨਦ ਦਾ ਪ੍ਰੋਫਾਰਮਾ ਬਣਾ ਕੇ ਦਿਖਾਇਆ ਗਿਆ, ਤੇ ਨਾਲ ਹੀ ਉਹਦੀਆਂ ਜਿਹੜੀਆਂ ਲਾਇਬਿਲਿਟੀਜ਼ ਹੁੰਦੀਆਂ ਨੇ, ਠੀਕ ਹੈ, ਉਹ ਵੀ ਦੱਸੀਆਂ ਜਾਂਦੀਆਂ ਨੇ। ਟੈਂਪਰੇਰੀ ਨੰਬਰਦਾਰ, ਐਬਸੈਂਸ ਆਫ ਦਾ ਨੰਬਰਦਾਰ, ਦਾ ਪ੍ਰੈਕਟਿਸ ਆਫ ਦਾ ਰਿਕੁਆਇਰਿੰਗ ਨੰਬਰਦਾਰ ਟੂ ਅਪਲਾਈ ਫਾਰ ਐਂਡ obtain ਦਾ ਪਰਮਿਸ਼ਨ ਆਫ ਦਾ ਡਿਪਟੀ ਕਮਿਸ਼ਨਰ ਔਰ ਤਹਿਸੀਲਦਾਰ। ਜਦੋਂ ਕਿਤੇ ਨੰਬਰਦਾਰ ਨੇ ਕਿਤੇ ਇੱਧਰ ਉੱਧਰ ਜਾਣਾ ਹੁੰਦਾ ਹੈ ਟੈਂਪਰੇਰੀ ਤੌਰ ਤੇ, ਤਾਂ ਉਹ ਪਰਮਿਸ਼ਨ ਲੈ ਕੇ ਜਾਂਦਾ ਹੈ। ਰੂਲਸ ਰਿਲੇਟਿੰਗ ਟੂ ਦਾ ਵਿਲੇਜ ਹੈਡਮੈਨ, ਰੂਲਸ ਕਿੱਥੇ ਨੇ ਆਪਾਂ ਪੜ੍ਹੇ ਹੈਗੇ ਆ, ਰੂਲ ਨੰਬਰ 13 ਤੋਂ ਲੈ ਕੇ ਪੰਜਾਬ ਲੈਂਡ ਰਿਕਾਰਡ ਮੈਨੂਅਲ, ਪੰਜਾਬ ਲੈਂਡ ਰੈਵਨਿਊ ਐਕਟ ਦੇ ਪਿਛਲੇ ਪਾਸੇ ਜਿਹੜੇ ਨੰਬਰਦਾਰੀ ਸੰਬੰਧੀ ਸੀ ਰੂਲ ਸੀਗੇ, ਠੀਕ ਹੈ, ਉਹ ਪੜ੍ਹੇ ਸੀਗੇ। ਉਹਦੇ ਮੁਤਾਬਕ ਹੀ ਜਿਹੜੀ ਹੈਗੀ ਅਪਾਇੰਟਮੈਂਟ ਨੰਬਰਦਾਰ ਦੀ ਹੁੰਦੀ ਹੈ, ਜਾਂ ਰਿਕਮੈਂਡੇਸ਼ਨਸ ਹੁੰਦੀ ਹੈ, ਜਾਂ ਉਹਦੀ ਅਸੀਂ ਉਸ ਨੂੰ ਹਟਾਇਆ ਜਾਂਦਾ ਕਿਸੇ ਨੰਬਰਦਾਰ ਨੂੰ। ਤਾਂ ਫੋਲੋਇੰਗ ਰੂਲਸ ਰਿਲੇਟਡ ਟੂ ਦਾ ਸੁਪਰਵਿਜ਼ਨ ਵਿਲੇਜ ਪੋਸਟਮੈਨ ਦੀ ਗੱਲ ਕਰ ਰਹੇ ਆ ਇੱਥੇ। ਵਿਲੇਜ ਪੋਸਟਮੈਨ ਕੁਝ ਰੂਲਸ ਹੁੰਦੇ ਆ, ਵਿਲੇਜ ਪੋਸਟਮੈਨ ਹੁੰਦਾ ਹੈਗਾ। ਲੈਟਰ ਬਾਕਸ ਵਗੈਰਾ ਜਿਹੜਾ ਹੁੰਦਾ ਉਹ ਹੈਡ ਪਿੰਡ ਦੇ ਕਿਸੇ ਨੰਬਰਦਾਰ ਦੇ ਘਰ ਦੇ ਨੇੜੇ ਲਗਾਇਆ ਜਾਂਦਾ, ਤਾਂ ਕਿ ਪਿੰਡ ਦਾ ਜਿਹੜਾ ਨੰਬਰਦਾਰ ਹੈਗਾ ਉਹਦੀ ਮਤਲਬ ਕਿ ਦੇਖਭਾਲ ਰੱਖਦਾ ਹੋਵੇ। ਤੇ ਜਦੋਂ ਵਿਅਕਤੀ ਕੋਈ ਵਿਲੇਜ ਹੈਡਮੈਨ will not however be required to open them or disclose of their contents। ਤੇ ਨੰਬਰਦਾਰ ਦੇ ਬੇਸ਼ੱਕ ਜਿਹੜਾ ਪੋਸਟ ਆਫ ਬਾਕਸ ਲੱਗਿਆ ਹੋਇਆ ਹੁੰਦਾ ਹੈ ਤੇ ਉਹ ਆਪ ਉਸ ਨੂੰ ਨਹੀਂ ਖੋਲ ਸਕਦਾ, ਪਰ ਪੋਸਟਮੈਨ ਦੀ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ। ਵਿਲੇਜ ਹੈਡਮੈਨ will take care the village postman are punctual and regular। ਉਹਦੀ ਪੰਕਚੁਅਲਿਟੀ ਦੇਖਦਾ ਹੈ, ਰੈਗੂਲਰ ਆਉਂਦਾ ਜਾਂ ਨਹੀਂ ਆਉਂਦਾ ਹੈਗਾ। ਪੁਰਾਣੀਆਂ ਗੱਲਾਂ ਨੇ ਜੀ, ਹੁਣ ਤਾਂ ਇਹ ਖਤਮ ਹੋ ਚੁੱਕੀਆਂ ਜਦੋਂ ਜੱਗੀ ਸਭ। ਪ੍ਰੈਪਰੇਸ਼ਨ ਆਫ ਜਨਰਲ ਸਕੀਮ ਫਾਰ ਦਾ ਰਿਡਕਸ਼ਨ ਆਫ ਦਾ ਨੰਬਰਦਾਰ, ਜਦੋਂ ਕਿਤੇ ਨੰਬਰਦਾਰਾਂ ਦੀ ਜਿਹੜੀ ਗਿਣਤੀ ਘਟਾਣੀ ਹੋਵੇ, ਆਪਾਂ ਕਿਹਾ ਸੀਗਾ ਵੀ ਜੇ ਗਿਣਤੀ ਵਧਾਣੀ ਹੈ ਤਾਂ ਕਮਿਸ਼ਨਰ ਦੀ ਪਰਮਿਸ਼ਨ ਦੇ ਨਾਲ ਵਧਾਈ ਜਾ ਸਕਦੀ ਹੁੰਦੀ ਹੈ। ਪਰ ਜੇ ਕਿਤੇ ਨੰਬਰਦਾਰ ਦੀ ਗਿਣਤੀ ਘਟਾਣੀ ਹੁੰਦਾ ਤਾਂ ਉਹਦਾ ਪ੍ਰੋਸੈਸ ਥੋੜਾ ਲੰਮਾ ਚੌੜਾ ਹੁੰਦਾ, ਉਹ FCR ਦੀ ਹੀ ਪਰਮਿਸ਼ਨ ਤੋਂ ਬਗੈਰ ਜਿਹੜੀ ਨਹੀਂ ਘਟਾਈ ਜਾ ਸਕਦੀ ਹੁੰਦੀ। ਆਪ ਪਰਫਾਰਮਾ ਬਣਾ ਕੇ ਦਿਖਾਇਆ ਗਿਆ ਵੀ ਇਸ ਪਿੰਡ 'ਚ ਇੰਨੇ ਨੰਬਰਦਾਰ ਨੇ, ਘਟਾਉਣ ਦੀ ਖਾਤਰ ਰਿਪੋਰਟ ਬਣਾਈ ਗਈ ਹੈ। ਕੈਜੂਅਲ ਪ੍ਰਪੋਜ਼ਲਸ ਫਾਰ ਦਾ ਰਿਡਕਸ਼ਨ ਆਫ ਦਾ ਨੰਬਰਦਾਰ ਪ੍ਰਪੋਜ਼ਲ ਬਣਾ ਕੇ ਭੇਜੀ ਜਾਂਦੀ ਹੈ, ਜਿਹੜਾ ਰਿਡਿਊਸ ਕਰਨਾ ਹੋਵੇ। ਮੈਜ਼ਰਮੈਂਟ ਆਫ ਦਾ ਲੈਂਡ ਰੈਵਨਿਊ, ਜੇ ਕੋਈ ਨੰਬਰਦਾਰ ਹੈ ਕੋਈ ਮੈਜ਼ਰਮੈਂਟ ਕਰਦਾ ਹੈ ਕਿਸੇ ਲੈਂਡ ਰੈਵਨਿਊ ਇਕੱਠਾ ਕਰਕੇ ਫਿਰ ਖਾ ਹੋ ਜਾਂਦਾ ਹੈਗਾ, ਠੀਕ ਹੈ। ਫਿਰ ਜਿਹੜੇ ਸੈਕਸ਼ਨ 75 ਸੀਗੇ, ਅਸੀਂ ਲੈਂਡ ਰੈਵਨਿਊ ਐਕਟ ਦੇ ਪੜ੍ਹੇ ਸੀਗੇ, ਸੈਕਸ਼ਨ 75 77, ਠੀਕ ਹੈ। ਉਹਦੀ ਜਿਹੜੀ ਜ਼ਮੀਨ ਵਗੈਰਾ ਹੈਗੀ ਉਹ ਕਿਸੇ ਨਾਲ ਦੇ ਨੂੰ ਟ੍ਰਾਂਸਫਰ ਕੀਤੀ ਜਾ ਸਕਦੀ ਹੈ, ਰਿਕਵਰੀ ਕੀਤੀ ਜਾ ਸਕਦੀ ਹੈ, ਅਨਲਮੈਂਟ ਵੀ ਕੀਤੀ ਜਾ ਸਕਦੀ ਹੈ। ਇਹ ਜਿਹੜਾ ਪ੍ਰੋਸੈਸ ਸਾਡਾ ਲੈਂਡ ਰੈਵਨਿਊ ਐਕਟ ਵਿੱਚ ਸੈਕਸ਼ਨ 61 ਤੋਂ ਲੈ ਕੇ 96 ਤੱਕ ਹੈਗਾ, ਉਹ ਅਡੋਪਟ ਕੀਤਾ ਜਾ ਸਕਦਾ ਹੈ। To enable Tahsildars to maintain a check on the payment of the pay of the ਚੌਕੀਦਾਰ by the ਤਹਿਸੀਲ ਆਫਿਸ। ਇਹ ਸਾਰਾ ਜਿਹੜਾ ਚੌਕੀਦਾਰ ਦੀ ਪੇਮੈਂਟ ਦੇਣੀ, ਨੰਬਰਦਾਰ ਨੂੰ ਪੇਮੈਂਟ ਦੇਣੀ, ਵਸਲਮਾ ਕਿੰਨੀ ਵੀ ਤਹਿਸੀਲ ਦਾ ਹੈਗਾ ਉਹਦੇ ਕੋਲ ਰਜਿਸਟਰ ਲੱਗੇ ਹੁੰਦੇ ਨੇ, ਠੀਕ ਹੈ। ਉਹਦੇ ਵੱਲੋਂ ਪੇਮੈਂਟ ਕੀਤੀ ਜਾਂਦੀ ਹੈ, ਸਾਰੀ ਰਿਕਾਰਡ ਸਾਰਾ ਮੇਨਟੇਨ ਵਸਲਮਾ ਕਿੰਨੀ ਵੱਲੋਂ ਰੱਖਿਆ ਜਾਂਦਾ ਹੈ ਤਹਿਸੀਲ ਦੇ ਵਿੱਚ।
ਨੈਕਸਟ ਆ ਗਿਆ ਤੁਹਾਡਾ ਸਟੈਂਡਿੰਗ ਆਰਡਰ ਨੰਬਰ 29। ਸਟੈਂਡਿੰਗ ਆਰਡਰ ਨੰਬਰ 29 ਹੈਗਾ। ਇਹ ਕਦੋਂ ਜਾਰੀ ਹੋਇਆ ਸੀ? 1909 ਦੇ ਵਿੱਚ ਜਾਰੀ ਹੋਇਆ ਹੋਣਾ। ਫਿਰ ਫਸਟ ਪ੍ਰਿੰਟ 1920 ਚ ਹੋਇਆ, ਫਿਰ 1938 ਚ ਹੋਇਆ, ਫਿਰ 1951 ਚ ਹੋਇਆ। ਠੀਕ ਹੈ, ਹੁਣ ਤਾਂ ਕਾਫੀ ਬਦਲ ਚੁੱਕਿਆ ਸਿਸਟਮ। ਕਲੈਕਸ਼ਨ ਆਫ ਲੈਂਡ ਰੈਵਨਿਊ ਦੀ ਗੱਲ ਕੀਤੀ ਗਈ ਹੈ। ਕਲੈਕਸ਼ਨ ਆਫ ਲੈਂਡ ਰੈਵਨਿਊ ਅਸੀਂ ਪੜ੍ਹਿਆ ਸੀਗਾ ਲੈਂਡ ਰੈਵਨਿਊ ਐਕਟ ਦੇ 87 ਦੇ ਵਿੱਚ। ਸੈਕਸ਼ਨ ਉਹੀ 61 ਤੋਂ ਲੈ ਕੇ 96 ਤੱਕ ਦੇ ਜਿਹੜੇ ਹੈਗੇ ਨੇ ਉਹ ਅਸੀਂ ਅਡਾਪਟ ਕਰਦੇ ਹਾਂ ਜਦੋਂ ਕਲੈਕਸ਼ਨ ਕਰਨੀ ਹੈ ਲੈਂਡ ਰੈਵਨਿਊ ਦੀ। ਮਤਲਬ ਚਲੋ ਇੱਥੇ ਇਹ ਕਿਹਾ ਹੈਗਾ ਵੀ ਜੇ ਤੁਹਾਨੂੰ ਕੋਈ ਸਟੈਂਡਿੰਗ ਆਰਡਰ ਦੇ ਵਿੱਚ ਦੇ ਸੰਬੰਧੀ ਕੁਐਸਚਨ ਆ ਜਾਂਦਾ ਹੈ, ਤੁਹਾਡੇ ਕੋਲ ਲੈਂਡ ਰੈਵਨਿਊ ਐਕਟ ਹੈਗਾ ਇਹਦੇ ਵਿੱਚ ਪੇਪਰ ਨੰਬਰ 1 ਦੇ ਵਿੱਚ। ਜੇ ਕੋਈ ਚੀਜ਼ ਤੁਹਾਨੂੰ ਪੇਪਰ ਨੰਬਰ 1 ਚੋਂ ਨਹੀਂ ਮਿਲਦੀ ਹੈਗੀ, ਸੌਰੀ ਲੈਂਡ ਰੈਵਨਿਊ ਐਕਟ ਚੋਂ ਨਹੀਂ ਮਿਲਦੀ ਜਾਂ ਲੈਂਡ ਰੈਵਨਿਊ ਰੂਲ ਚੋਂ ਨਹੀਂ ਮਿਲਦੀ, ਫਿਰ ਤੁਸੀਂ ਇਹ ਸਟੈਂਡਿੰਗ ਆਰਡਰ ਨੂੰ ਰੈਫਰ ਕਰ ਸਕਦੇ ਹੋ। ਠੀਕ ਹੈ, ਰਿਕਵਰੀ ਆਫ ਏਰੀਅਰਸ ਆਫ ਦਾ ਲੈਂਡ ਰੈਵਨਿਊ ਦੇ ਸੰਬੰਧ ਵਿੱਚ ਆਹੀ ਜਿਹੜਾ ਸੈਕਸ਼ਨ ਜਿਹੜਾ ਤੁਹਾਡਾ ਸਟੈਂਡਿੰਗ ਆਰਡਰ 29 ਹੈਗਾ, ਕਲੈਕਸ਼ਨ ਆਫ ਦਾ ਲੈਂਡ ਰੈਵਨਿਊ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਹੈ? ਰਿਟ ਆਫ ਡਿਮਾਂਡ ਜਾਰੀ ਕਰਦੇ ਹਾਂ ਅਸੀਂ ਸੈਕਸ਼ਨ 68 ਦੇ ਤਹਿਤ ਜਾਰੀ ਕਰਦੇ ਹਾਂ। ਉਹਦਾ ਪ੍ਰੋਫਾਰਮਾ ਬਣਾ ਕੇ ਦਿਖਾਇਆ ਗਿਆ ਹੈ। ਨੋਟਿਸ ਹੁੰਦਾ ਜਿਹੜਾ ਅਸੀਂ ਪਾਰਟੀ ਨੂੰ ਭੇਜਦੇ ਹਾਂ। ਠੀਕ ਹੈ, ਨਾਮ ਵਗੈਰਾ ਕਿਹਨੂੰ ਜਾਰੀ ਕਰਦੇ ਹਾਂ? ਅਸੀਂ ਪੀਨ ਵਗੈਰਾ ਨੂੰ ਭੇਜਦੇ ਹਾਂ, ਪੀਨ ਰਾਹੀਂ ਭੇਜਿਆ ਜਾਂਦਾ ਹੈ। ਪੀਡ ਵਿਦਿਨ ਵਿੱਚ ਟੂ ਬੀ ਰਿਟਰਨਡ ਦਾ ਪਰਸਨ ਰਿਸੀਵਿੰਗ ਦਾ ਰਿਟ, ਤੇ ਲਿਖਿਆ ਜਾਂਦਾ ਵਿੱਚ ਮਤਲਬ ਕਿ ਦਾ ਪਰਸਨ ਜਿਹਨੂੰ ਅਸੀਂ ਸਮਨ ਭੇਜਿਆ ਜਾਂਦਾ ਦੱਸਿਆ ਜਾਂਦਾ ਕਿੰਨੀ ਦੇਰ 'ਚ ਤੁਸੀਂ ਇਹ ਸਮਨਿੰਗ ਕਰਾ ਕੇ ਵਾਪਸ ਭੇਜਣਾ ਹੈ। ਨਾ ਰੇਟ ਆਫ ਤਲਵਾਨਾ, ਕੁਛ ਪੇਮੈਂਟ ਵੀ ਜਮ੍ਹਾਂ ਕਰਾਈ ਜਾਂਦੇ ਨਾਲ ਨਾਲ ਪਾਰਟੀ ਵੱਲੋਂ, ਜਿਹਦੀ ਪਾਰਟੀ ਦੇ ਐਪਲੀਕੇਸ਼ਨ ਦੇ ਬੇਸਿਸ ਤੇ ਜਿਹੜਾ ਕਿਸੇ ਨੂੰ ਰਿਟ ਜਾਰੀ ਕੀਤੀ ਜਾਂਦੀ ਹੈ। ਰਿਕਵਰੀ ਆਫ ਦਾ ਏਰੀਅਰਸ, ਕਿੰਨੀ ਅਮਾਊਂਟ ਦੀ ਰਿਕਵਰੀ ਹੈਗੀ ਹੈ। ਤਲਵਾਨਾ ਫੀਸ, ਅੱਗੇ ਚੱਲੋ ਜੀ। ਪੰਕਚੁਅਲ ਪੇਮੈਂਟ instructions to the Tahsildar, processes for the collection of the land revenue, writ of demand, writ 68 ਦੇ ਵਿੱਚ ਫਿਰ ਵਾਰੰਟ ਜਾਰੀ ਕਰਨੇ ਆ। ਸੈਕਸ਼ਨ 79 ਚ ਹੁੰਦਾ ਹੈ ਅਟੈਚਮੈਂਟ ਕਰਨੀ ਹੈ ਮੂਵਲ ਪ੍ਰੋਪਰਟੀ, 70 ਚ ਆ ਜਾਂਦਾ ਹੈ। ਸੈਕਸ਼ਨ 72 ਦੇ ਵਿੱਚ ਅਟੈਚਮੈਂਟ ਕਰ ਲੈਣਾ ਪ੍ਰੋਪਰਟੀ ਦੀ, ਫਿਰ ਸੇਲ ਵੀ ਕਰ ਸਕਦੇ। ਸੈਕਸ਼ਨ 75 ਦੇ ਵਿੱਚ ਪ੍ਰੋਸੈਸ ਸਾਰਾ ਉਹੀ ਐਕਟਾਂ ਦੇ ਮੁਤਾਬਕ ਚੱਲਦਾ ਹੈ। Defaulter and lambardars must pay in person. Areas of the revenue may not be realized from the defaulters and brought sealed by the Ramana. ਨੰਬਰਦਾਰ ਕਈ ਵਾਰੀ ਪੇਮੈਂਟ ਆਪਣੇ ਕੋਲੋਂ ਜਮ੍ਹਾਂ ਕਰਾਉਣ ਦੇ ਬਾਅਦ ਚ ਰਿਕਵਰੀ ਕੀਤੀ ਜਾਂਦੀ ਹੈ। ਰਿਸ਼ਟ ਲਗਾਏ ਜਾਂਦੇ ਆ ਵਾਰੰਟ ਜਾਰੀ ਕਰਨ ਦੇ, ਰਿਟਾਂ ਜਾਰੀ ਕਰਨ ਦੇ। ਚਲੋ ਇਹ ਤਾਂ ਰਿਕਾਰਡ ਹੁੰਦਾ ਹੀ ਹੈ ਨਾ ਜੀ, ਕਿਸ ਵਿਅਕਤੀ ਨੂੰ ਕਿੰਨੀਆਂ ਰਿਟਾਂ ਜਾਰੀ ਹੋਈਆਂ, ਕਿੰਨੇ ਵਾਰੰਟ ਜਾਰੀ ਹੋਏ, ਕਿਹੜੇ ਵਿਅਕਤੀ ਦੀ ਜਿਹੜੀ ਪ੍ਰੋਪਰਟੀ ਅਸੀਂ ਕਿਸੇ ਨੂੰ ਟ੍ਰਾਂਸਫਰ ਕੀਤੀ। ਠੀਕ ਹੈ, ਫਾਰ ਦਾ ਪਰਪਸ ਟੂ ਰਿਕਵਰ ਦਾ ਏਰੀਅਰਸ। ਸਟਾਕ ਲਿਸਟ ਲਗਾਇਆ ਜਾਂਦਾ ਹੈ। ਸਟਾਕ ਲਿਸਟ ਕਾਹਦਾ ਹੁੰਦਾ ਹੈ? ਰਿਟਸ ਦਾ ਸੈਕਸ਼ਨ 68 ਦੇ ਤਹਿਤ ਵਾਰੰਟ ਆਫ ਅਟੈਚਮੈਂਟ ਸੈਕਸ਼ਨ 70। ਠੀਕ ਹੈ, ਵਾਰੰਟ ਆਫ ਅਰੈਸਟ ਸੈਕਸ਼ਨ 69 ਦੇ ਤਹਿਤ ਇਹ ਜਿਹੜਾ ਲਿਸਟ ਲਗਾਇਆ ਜਾਂਦਾ ਸਾਡੇ ਕੋਲ ਕਿੰਨੇ ਵਾਰੰਟ ਆਏ ਸੀਗੇ ਤੇ ਕਿੰਨੇ ਅਸੀਂ ਜਾਰੀ ਕਰ ਚੁੱਕੇ, ਕਿੰਨੇ ਸਾਡੇ ਕੋਲ ਬਚ ਗਏ। ਇਹ ਲਿਸਟ ਲਗਾਇਆ ਹੁੰਦਾ। ਇਹ ਵੀ ਬਸ ਇਸ ਕੋਲੇ ਹੁੰਦਾ ਹੈ। ਪਹਿਲਾਂ ਡੀਆਰਏ ਕੋਲੇ ਹੁੰਦਾ ਡਿਸਟ੍ਰਿਕਟ ਹੈਡਕੁਆਟਰ ਤੇ ਤਹਿਸੀਲਾਂ 'ਚ ਇਹ ਡੀਆਰਏ ਕੋਲੇ ਹੁੰਦਾ। ਵਾਰੰਟ ਆਫ ਅਰੈਸਟ, ਵਾਰੰਟ ਆਫ ਅਟੈਚਮੈਂਟ, ਵਾਰੰਟ ਆਫ ਸੇਲ, ਟੋਟਲ ਕਿੰਨੇ ਸਾਡੇ ਕੋਲੇ ਵਾਰੰਟ ਆਏ ਹੋਏ ਹੈਗੇ। ਅਰੈਸਟ ਐਂਡ ਡਿਟੈਂਸ਼ਨ, ਕਿਸੇ ਵਿਅਕਤੀ ਨੂੰ ਅਸੀਂ ਸੈਕਸ਼ਨ 69 ਦੇ ਤਹਿਤ ਅਰੈਸਟ ਕਰਦੇ ਹਾਂ, ਡਿਟੇਨ ਕਰਕੇ ਰੱਖਦੇ ਹਾਂ। ਉਹਦੇ ਲਈ ਜਿਹੜਾ ਸਮਨ ਬਣਾਇਆ ਗਿਆ ਹੈ, ਵਾਰੰਟ ਬਣਾਇਆ ਗਿਆ, ਉਹ ਵਾਰੰਟ ਕਿਹਨੂੰ ਭੇਜਿਆ ਜਾ ਸਕਦਾ ਹੈ? ਵਾਰੰਟ ਤਹਿਸੀਲ ਦੇ ਸੇਵਾਦਾਰ ਨੂੰ ਭੇਜਿਆ ਜਾ ਸਕਦਾ ਹੈ, ਤੇ ਵਾਰੰਟ ਜਿਹੜਾ ਵਾਰੰਟ ਆਫੀਸਰ ਹੈਗਾ, ਸੌਰੀ ਪੁਲਿਸ ਆਫੀਸਰ ਹੈਗਾ, ਉਹਨੂੰ ਭੇਜਿਆ ਜਾ ਸਕਦਾ। ਇਹਦੇ ਵਿੱਚ ਵਾਰੰਟ ਦਾ ਪ੍ਰੋਫਾਰਮਾ ਬਣਾ ਕੇ ਦਿਖਾਇਆ ਗਿਆ। ਇਹ ਪ੍ਰੋਫਾਰਮਾ ਬਣਾਇਆ ਗਿਆ ਵੀ ਕਿੱਦਾਂ ਦਾ ਪ੍ਰੋਫਾਰਮਾ ਹੋਣਾ ਚਾਹੀਦਾ ਹੈ। ਡਿਫਾਲਟਰ ਪਰਸਨ ਹੈ, ਉਹਦਾ ਨਾਮ, ਵਿਅਕਤੀ ਦਾ ਨਾਮ, ਕਿੰਨੀ ਅਮਾਊਂਟ ਹੈਗੀ ਹੈ, ਕਿੰਨੀ ਉਹ ਤੋਂ ਪੈਸੇ ਲੈਣੇ ਹਨ, ਕਿਹੜੀ ਫਸਲ ਦੇ ਪੈਸੇ ਲੈਣੇ ਨੇ, ਇਹ ਸਾਰੀ ਡਿਟੇਲ ਬਣਾ ਕੇ ਭੇਜੀ ਜਾਂਦੀ ਹੈ ਵੀ ਇਸ ਵਿਅਕਤੀ ਨੂੰ ਅਰੈਸਟ ਕਰਕੇ ਤੇ ਮੇਰੀ ਕੋਰਟ ਦੇ ਵਿੱਚ ਇੰਨੀ ਤਰੀਕ ਨੂੰ ਪੇਸ਼ ਕੀਤਾ ਜਾਵੇ। ਫਿਰ ਜੇਲ੍ਹ ਦੀ ਗੱਲ ਕੀਤੀ ਗਈ ਤਾਂ ਫੋਲੋਇੰਗ ਫਾਰਮਸ ਸ਼ੈਲ ਬੀ ਯੂਜ਼ਡ ਫॉर ਕਮਿਟਿੰਗ ਏ ਰੈਵਨਿਊ ਡਿਫਾਲਟਰ ਟੂ ਜੇਲ੍ਹ ਐਂਡ ਫॉर ਹਿਜ਼ ਰਿਲੀਜ਼ ਦੇਅਰ ਫਰੋਮ। ਜੇ ਕਿਸੇ ਵਿਅਕਤੀ ਨੂੰ ਅਸੀਂ ਜੇਲ੍ਹ 'ਚ ਭੇਜਣਾ ਹੋਵੇ ਜਾਂ ਰਿਲੀਜ਼ ਕਰਨਾ ਹੋਵੇ, ਜੇਲ੍ਹ ਦੇ ਵਿੱਚੋਂ ਜਿਹੜਾ ਪਹਿਲਾਂ ਭੇਜਿਆ ਹੋਵੇ, ਤਾਂ ਜੇਲ੍ਹ ਸੁਪਰਡੈਂਟ ਨੂੰ ਜਿਹੜੀ ਹੈ ਰਿਪੋਰਟ ਭੇਜੀ ਜਾਂਦੀ ਹੈ, ਮਤਲਬ ਕਿ ਵਾਰੰਟ ਭੇਜੇ ਜਾਂਦੇ ਨੇ। ਉਹਦਾ ਪ੍ਰੋਫਾਰਮਾ ਬਣਾ ਕੇ ਦਿਖਾਇਆ ਗਿਆ। ਵਾਰੰਟ ਆਫ ਦਾ ਕਮਿਟਲ ਆਫ ਡਿਫਾਲਟਰ ਟੂ ਜੇਲ੍ਹ ਅੰਡਰ ਦਾ ਸੈਕਸ਼ਨ 69(3) ਪੰਜਾਬ ਲੈਂਡ ਰੈਵਨਿਊ ਐਕਟ 1887 ਇਹ ਪ੍ਰੋਫਾਰਮਾ ਬਣਾ ਕੇ ਦਿਖਾਇਆ ਗਿਆ ਹੈਗਾ। ਯਾਨੀ ਕਿ ਇਹ ਜਿਹੜੇ ਪ੍ਰੋਫਾਰਮੇ ਨੇ ਤੁਹਾਡੇ ਐਕਟ ਦੇ ਵਿੱਚ ਨਹੀਂ ਹੈਗੇ। ਠੀਕ ਹੈ, ਕਾਰਵਾਈ ਜੇ ਕਰਨੀ ਹੁੰਦੀ ਹੈ ਤਾਂ ਅਸੀਂ ਇਹ ਪ੍ਰੋਫਾਰਮਾ, ਇਹ ਜਿਹੜਾ ਸੈਕਸ਼ਨ ਸਟੈਂਡਿੰਗ ਆਰਡਰ ਹੈਗਾ, ਇਹਦੀ ਹੈਲਪ ਲੈ ਕੇ ਇਹਦੇ 'ਤੇ ਪ੍ਰੋਫਾਰਮੇ ਸਾਰੇ ਬਣਾਏ ਗਏ ਜੀ ਕਿ ਕਾਰਵਾਈ ਕਿਵੇਂ ਕਰਨੀ ਹੈ। ਜੇਲ੍ਹ ਨੂੰ ਮਤਲਬ ਕਿ ਵਾਰੰਟ ਭੇਜਣਾ ਹੈ ਤਾਂ ਕਿਵੇਂ ਭੇਜਣਾ ਹੈ,
ਪੁਲਿਸ ਆਫੀਸਰ ਨੂੰ ਭੇਜਣਾ ਤਾਂ ਕਿਵੇਂ ਭੇਜਣਾ ਹੈ, ਠੀਕ ਹੈ, ਉਹ ਸਾਰਾ ਕੁਝ ਦਿਖਾਇਆ ਗਿਆ ਇਹਦੇ ਵਿੱਚ। ਚਲੋ, ਮੇਨਟੇਨੈਂਸ ਆਫ ਡਿਫਾਲਟਰ ਅਰੈਸਟਡ ਬਾय ਐਂਟਰਟੇਨਡ, ਜੇ ਕੋਈ ਡਿਫਾਲਟਰ ਨੂੰ ਅਰੈਸਟ ਕਰ ਲਿਆ, ਠੀਕ ਹੈ, ਤਾਂ ਉਹਦੀ ਮੇਨਟੇਨੈਂਸ ਵੀ ਇਹ ਜਿਹੜੀ ਹੈਗੀ ਆ ਫਿਰ ਕੋਰਟ ਦੇ ਵਿੱਚ ਜਮ੍ਹਾਂ ਕਰਾਈ ਜਾਂਦੀ ਹੈ ਕਿਸ ਦੇ ਬਿਹਾਫ ਤੇ ਉਹਨੂੰ ਅਰੈਸਟ ਕੀਤਾ ਸੀਗਾ। ਫਿਰ ਸੋਲਜਰਸ ਆਫ ਦਾ ਇੰਡੀਅਨ ਆਰਮੀ ਨਾਟ ਟੂ ਬੀ ਅਰੈਸਟਡ, ਇਹ ਵੀ ਹੈਗਾ ਵੀ ਸੋਲਜਰ ਨੂੰ ਅਸੀਂ ਅਰੈਸਟ ਨਹੀਂ ਕਰ ਸਕਦੇ ਇਸ ਕੇਸ ਦੇ ਵਿੱਚ। ਡਿਸਟ੍ਰੈਸ ਐਂਡ ਸੇਲ, ਡਿਸਟ੍ਰੈਸ ਐਂਡ ਸੇਲ, ਕੋਈ ਪ੍ਰਾਪਰਟੀ ਜਿਹੜੀ ਮੂਵੇਬਲ ਪ੍ਰਾਪਰਟੀ ਹੈ ਉਹਨੂੰ ਡਿਸਟ੍ਰੈਸ ਕਰਕੇ ਰੋਕ ਕੇ ਅਸੀਂ ਉਹਨੂੰ ਸੇਲ ਕਰਦੇ ਹਾਂ। ਜਿਵੇਂ ਖੜੀ ਫਸਲ ਵਗੈਰਾ ਦੀ ਗੱਲ ਕੀਤੀ ਗਈ ਹੈ, ਖੜੀ ਫਸਲ ਦੀ ਜੇ ਕੋਈ ਵਾਰੰਟ ਜਾਰੀ ਕਰਨਾ ਹੈ, ਉਹ ਆ ਪਰਫਾਰਮਾ ਬਣਾ ਕੇ ਦਿਖਾਇਆ, ਵਾਰੰਟ ਆਫ ਡਿਸਟ੍ਰੈਸ ਡਿਸਟੇਂਟ ਅੰਡਰ ਸੈਕਸ਼ਨ 70 ਉਹਦਾ ਪੰਜਾਬ ਲੈਂਡ ਰੈਵਨਿਊ ਐਕਟ 87 ਕਾਨੂੰਗੋ ਹਲਕੇ ਨੂੰ ਭੇਜਿਆ ਜਾਂਦਾ ਇਹ ਵਾਰੰਟ। ਕਾਨੂੰਗੋ ਹਲਕਾ ਮੌਕੇ 'ਤੇ ਜਾ ਕੇ ਪਟਵਾਰੀ ਹਲਕਾ ਮੌਕੇ 'ਤੇ ਜਾ ਕੇ ਜਿਹੜੀ ਹੈ ਉਹ ਜ਼ਮੀਨ ਹੈਗੀ ਆ ਉਹਨੂੰ ਰੋਕ ਲੈਂਦੇ ਨੇ ਵੀ ਇਹ ਜ਼ਮੀਨ ਨੂੰ ਕੋਈ ਕੱਟੇਗਾ ਨਹੀਂ, ਵੱਢੇਗਾ ਨਹੀਂ, ਤੇ ਮਨਾਦੀ ਵਗੈਰਾ ਕਰਾਈ ਜਾਂਦੀ ਹੈ ਪਿੰਡ ਦੇ ਵਿੱਚ ਵੀ ਇਹ ਜਿਹੜੀ ਜ਼ਮੀਨ ਅਟੈਚ ਕਰ ਚੁੱਕੀ ਹੈ, ਫਸਲ ਅਟੈਚ ਕੀਤੀ ਗਈ ਹੈ। ਇਹ ਵਾਰੰਟ ਦਾ ਪ੍ਰੋਫਾਰਮਾ ਬਣਾ ਕੇ ਦਿਖਾਇਆ ਗਿਆ ਇਹਦੇ ਵਿੱਚ। ਫਿਰ ਇਸੇ ਤਰੀਕੇ ਫਿਰ ਵਾਰੰਟ ਫਾਰ ਸੇਲ ਮੂਵੇਬਲ ਪ੍ਰਾਪਰਟੀ ਅੰਡਰ ਸੈਕਸ਼ਨ 70, ਤੇ ਜੋ ਸੇਲ ਕਰਨੀ ਹੈ ਕੋਈ ਪ੍ਰਾਪਰਟੀ ਮੂਵੇਬਲ, ਜੇ ਕੱਟੀ ਹੋਈ ਫਸਲ ਸੇਲ ਕਰਨੀ ਹੈ ਜਾਂ ਕੋਈ ਹੋਰ ਪ੍ਰਾਪਰਟੀ ਸੇਲ ਕਰਨੀ ਹੈ ਤਾਂ ਉਹਦਾ ਪ੍ਰੋਫਾਰਮਾ ਇਹ ਬਣਾ ਕੇ ਦਿਖਾਇਆ ਗਿਆ ਜੋ ਵਾਰੰਟ ਜਾਰੀ ਕਰਨਾ ਹੈਗਾ। ट्रांसफर ऑफ होल्डिंग, कोई व्यक्ति अंडर सैक्शन 71 जो कोई अपना जो एरिया नहीं जमा कराता, ठीक है, तो वो जी प्रॉपर्टी होंगी नाल लगते किसी जमींदार को ट्रांसफर कर दी जाती है भी तू इसकी पेमेंट है जी है तुम भरनी है, जो तक पैसे पूरे नहीं हो जाते उद तक तुम पैसे भरोगे। ये भी जो वारंट है ये भी कानून हल्का को जाता है, कानून हल्का मौके से जाके पटवारी हल्का की हैल्प के नाल ते उसके नंबरदार की हैल्प के नाल जी प्रॉपर्टी है वो ट्रांसफर करके नाल दे गुआंढी दी जाती है। ये परफॉर्मा बना के दिखाया गया ये। रिपोर्ट ऑफ द ट्रांसफर ਤਾਂ ਫਿਰ ਕਾਨੂੰਨ ਹਲਕਾ ਵੱਲੋਂ ਰਿਪੋर्ट कर ਦਿੱਤੀ ਜਾਂਦੀ ਹੈ, ਠੀਕ ਹੈ, ਕਲੈਕਟਰ ਨੂੰ ਸਟੇਟਮੈਂਟ ਆਫ ਦਾ ਟ੍ਰਾਂਸਫਰ, ਤੇ ਨਾਲ ਹੀ ਫਿਰ ਜਿਹੜਾ ਰਿਕਾਰਡ ਰੱਖਿਆ ਜਾਂਦਾ ਕਿਹੜੀਆਂ ਪ੍ਰੋਪਰਟੀਆਂ ਤਹਿਸੀਲ ਪੱਧਰ ਤੇ ਰਿਕਾਰਡ ਰੱਖਿਆ ਜਾਂਦਾ ਕਿਹੜੀਆਂ ਪ੍ਰੋਪਰਟੀਆਂ ਜਿਹੜੀਆਂ ਇਸ ਕੇਸ ਦੇ ਵਿੱਚ ਅੰਡਰ ਸੈਕਸ਼ਨ 71 ਟ੍ਰਾਂਸਫਰ ਕੀਤੀਆਂ ਗਈਆਂ ਨੇ, ਉਹਦਾ ਇੱਕ ਰਜਿਸਟਰ ਲੱਗਦਾ ਤਹਿਸੀਲ ਹੈਡਕੁਆਟਰ ਤੇ। ਅੱਗੇ ਕਿਹਾ ਗਿਆ ਅਟੈਚਮੈਂਟ ਆਫ ਦਾ ਸਟੇਟ ਔਰ ਹੋਲਡਿੰਗ, ਕਿਹੜੀਆਂ ਪ੍ਰੋਪਰਟੀਆਂ ਤੁਸੀਂ ਅਟੈਚ ਕੀਤੀਆਂ ਨੇ। The following is a form of warrant prescribed 72 ਦੇ ਵਿੱਚ ਜਦੋਂ ਕੋਈ ਪ੍ਰਾਪਰਟੀ ਅਸੀਂ ਅਟੈਚ, ਜਦੋਂ ਕੋਈ ਇਮੂਵੇਬਲ ਪ੍ਰਾਪਰਟੀ ਅਟੈਚ ਕਰਦੇ ਹਾਂ ਸੈਕਸ਼ਨ 72 ਦੇ ਤਹਿਤ ਉਹਦਾ ਵਾਰੰਟ ਬਣਾ ਕੇ ਦਿਖਾਇਆ ਗਿਆ। ਉਹਦਾ ਵਾਰੰਟ ਕਿਹਨੂੰ ਭੇਜਿਆ ਜਾਂਦਾ ਹੈ, ਕਾਨੂੰਗੋ ਹਲਕਾ ਨੂੰ ਭੇਜਿਆ ਜਾਂਦਾ। ਫਿਰ ਆਫੀਸਰਸ whose service counts as superior, ਇਹ ਪ੍ਰੋਫਾਰਮਾ ਬਣਾਇਆ ਗਿਆ, ਕਲੈਕਟਰ ਵੱਲੋਂ ਜਾਰੀ ਕੀਤਾ ਜਾਂਦਾ ਹੈ, ਠੀਕ ਹੈ। ਨੈਕਸਟ ਆ ਗਿਆ ਅਨਲਮੈਂਟ ਆਫ ਦਾ ਅਸੈਸਮੈਂਟ, ਕਿਸੇ ਜਿਹੜੀ ਲੈਂਡ ਹੈ ਕੋਈ ਕਈ ਵਾਰੀ ਸਾਰੇ ਪ੍ਰੋਸੈਸ ਅਡਾਪਟ ਕਰਨ ਦੇ ਬਾਵਜੂਦ ਵੀ ਜਦੋਂ ਕੋਈ ਰਿਕਵਰੀ ਨਹੀਂ ਹੁੰਦੀ ਹੈਗੀ ਤਾਂ ਜਿਹੜੀ ਲੈਂਡ ਹੈਗੇ ਆ ਉਹਨੂੰ ਜਿਹੜੀ ਅਸੈਸਮੈਂਟ ਹੋਈ ਹੁੰਦੀ ਹੈ ਉਹਨੂੰ ਅਨਲ ਵੀ ਕੀਤਾ ਜਾ ਸਕਦਾ ਹੁੰਦਾ ਹੈ। ਜਦੋਂ ਅਸੈਸਮੈਂਟ ਅਨਲ ਹੋ ਜਾਂਦੀ ਹੈ ਤਾਂ ਜਿਹੜੀ ਓਨਰਸ਼ਿਪ ਹੁੰਦੀ ਹੈ ਉਹ ਗਵਰਨਮੈਂਟ ਦੀ ਬਣ ਜਾਂਦੀ ਹੈ। ਐਪਲੀਕੇਸ਼ਨਸ ਫਾਰ ਦਾ ਲੀਵ ਟੂ ਮੈਨੇਜ ਡਾਇਰੈਕਟ, ਇਹ ਪਰਫਾਰਮੇ ਸਾਰੇ ਪ੍ਰੋਸੀਜਰ ਦਿਖਾਏ ਗਏ ਜੀ ਕਿਵੇਂ ਕਿਵੇਂ ਅਸੀਂ ਪ੍ਰੋਸੀਜਰ ਅਡਾਪਟ ਕਰਨੇ ਨੇ ਰਿਕਵਰੀ ਦੇ ਸੰਬੰਧ ਵਿੱਚ। ਸੈਕਸ਼ਨ 70 ਸੀਗਾ 30 नेक्स्ट सीगा ये नहीं पाया सेक्शन 30 अगला साडा सेक्शन एक साडा होर हैगा स्टैंडिंग ऑर्डर वो हैगा 30 स्टैंडिंग ऑर्डर नंबर 30 स्टैंडिंग ऑर्डर 30 मैं ਤੁਹਾਨੂੰ ਦੱਸਦਾ ਜਵਾਨੀ ਕੀ ਹੈਗਾ। ਇਹਦੇ ਵਿੱਚ ਹੈਗਾ ਸਸਪੈਂਸ਼ਨ ਐਂਡ ਰਿਮਿਸ਼ਨ ਆਫ ਦਾ ਲੈਂਡ ਰੈਵਨਿਊ। ਅਸੀਂ ਟੈਨੈਂਸੀ ਐਕਟ 'ਚ ਪੜ੍ਹਿਆ ਸੀਗਾ ਵੀ ਜਦੋਂ ਕਿਸੇ ਜ਼ਮੀਨ ਦੇ ਵਿੱਚ ਕੋਈ ਗੜੇ ਪੈ ਜਾਣ, ਕੋਈ ਨੈਚੁਰਲ ਕਲੈਮਿਟੀ ਆ ਜਾਂਦੀ ਹੈ, ਕੋਈ ਫਲੱਡ ਆ ਜਾਂਦੇ ਨੇ, ਠੀਕ ਹੈ, ਜਾਂ ਕੋਈ ਸਲਾਬ ਚੜ੍ਹ ਜਾਂਦੀ ਹੈ ਜਾਂ ਕੋਈ ਰੇਤਾ ਚੜ੍ਹ ਗਿਆ ਜ਼ਮੀਨ ਦੇ ਉੱਪਰ, ਤਾਂ ਡਿਸਪਿਊਟ ਚੱਲਦੇ ਸੀ ਕਿਹਦੇ ਲੈਂਡਲੋਰਡ ਦੇ ਤੇ ਟੇਨੈਂਟ ਦੇ। ਜੇ ਜ਼ਮੀਨ ਫਰਟਾਈਲ ਹੋ ਗਈ ਤਾਂ ਲੈਂਡਲੋਰਡ ਕਹਿੰਦਾ ਸੀ ਮੇਰਾ ਕਿਰਾਇਆ ਵਧਾਇਆ ਜਾਵੇ, ਜੇ ਜ਼ਮੀਨ
ਉਪਜਾਊ ਨਹੀਂ ਰਹੀ ਕਿਸੇ ਕਾਰਨ, ਕੋਈ ਵੀ ਕਾਰਨ ਹੋਇਆ, ਤਾਂ ਜਿਹੜਾ ਟੈਨੈਂਟ ਕਹਿੰਦਾ ਸੀਗਾ ਵੀ ਮੇਰਾ ਜਿਹੜਾ ਕਿਰਾਇਆ ਹੈਗਾ ਉਹ ਘਟਾਇਆ ਜਾਵੇ। ਇੱਥੇ ਕੁਝ ਰੂਲ ਦਿੱਤੇ ਗਏ ਹੈਗੇ ਨੇ, ਜਿੱਥੇ ਸਸਪੈਂਸ਼ਨ ਐਂਡ ਰਿਮਿਸ਼ਨ ਆਫ ਦਾ ਲੈਂਡ ਰੈਵਨਿਊ ਦੀ ਗੱਲ ਕੀਤੀ ਗਈ ਹੈ। ਜਦੋਂ ਕਿਤੇ ਜਿਹੜੀ ਫਸਲ ਹੈਗੀ ਹੈ, ਜਿਹੜੀ ਖੇਤ ਹੈਗੇ ਨੇ, ਫਸਲ ਬੀਜਣ ਦੇ ਯੋਗ ਨਾ ਰਹੇ ਹੋਣ, ਜਾਂ ਲਗਾਤਾਰ 150 ਕਿੱਲਾ ਜਿਹੜਾ ਹੈਗਾ ਖਰਾਬ ਹੋ ਗਿਆ ਹੋਵੇ, ਤੇ ਉੱਥੇ ਜਿਹੜੇ ਮਾਲਕ ਨੇ ਪਿੰਡ ਦੇ, ਉਹ ਲੈਂਡ ਰੈਵਨਿਊ ਦੇਣ ਤੋਂ ਅਸਮਰਥ ਹੋ ਜਾਣ। ਜਿੱਦ ਤੱਕ ਕਿਤੇ ਇੱਕ ਫਸਲ ਖਰਾਬ ਹੋ ਜਾਂਦੀ ਹੈ, ਮਤਲਬ ਗੜੇ ਪੈ ਗਏ, 500-400 ਕਿੱਲੇ ਖਰਾਬ ਫਸਲ ਹੋ ਗਈ, ਉੱਥੇ ਪਿੰਡ ਦੇ ਲੋਕ ਇਕੱਠੇ ਹੋ ਕੇ ਤੇ ਕਲੈਕਟਰ ਕੋਲੇ ਪੇਸ਼ ਹੁੰਦੇ ਆ ਵੀ ਜਿਹੜਾ ਸਾਡਾ ਮਾਮਲਾ ਅਸੀਂ ਦੇ ਨਹੀਂ ਸਕਦੇ ਤੇ ਕਿਉਂਕਿ ਸਾਡੀ ਫਸਲ ਖਰਾਬ ਹੋ ਗਈ। ਤਾਂ ਕਲੈਕਟਰ ਵੱਲੋਂ ਆਰਡਰ ਕਰ ਦਿੱਤਾ ਜਾਂਦਾ ਹੈ, ਜਿਹੜਾ ਮਾਮਲਾ ਹੁੰਦਾ ਹੈ ਲੈਂਡ ਰੈਵਨਿਊ, ਉਹਨੂੰ ਫਰਦਰ ਟਾਈਮਿੰਗ ਕੁਝ ਫਸਲ ਦੇ ਲਈ ਇੱਕ ਸਾਲ ਲਈ ਜਾਂ 6 ਮਹੀਨੇ, 2 ਸਾਲ ਲਈ, 1.5 ਸਾਲ ਲਈ, ਜਾਂ ਇੱਕ ਫਸਲ ਦੇ ਲਈ ਜਿਹੜਾ ਸਸਪੈਂਡ ਕਰ ਦਿੱਤਾ ਜਾਂਦਾ ਹੈ। ਤਾਂ ਬਾਅਦ ਵਿੱਚ ਫਿਰ ਦੂਜੀ ਜਦੋਂ ਮਾਮਲਾ ਇਕੱਠਾ ਕੀਤਾ ਜਾਂਦਾ, ਅਗਲੇ ਸਾਲ ਦੀ ਜਿਹੜੀ ਫਸਲ ਆਉਂਦੀ ਹੈ ਉਹਦੇ ਨਾਲ ਹੀ ਉਹਦੀ ਰਿਕਵਰੀ ਕਰ ਲਈ ਜਾਂਦੀ ਹੈ। ਠੀਕ ਹੈ। ਪਰ ਜਿੱਥੇ ਕਿਤੇ ਖੇਤਾਂ 'ਚ ਇੰਨਾ ਕੁ ਨੁਕਸਾਨ ਹੋ ਗਿਆ ਵੀ ਉਹ 1 ਸਾਲ 2 ਸਾਲ ਲਗਾਤਾਰ ਕਾਸ਼ਤ ਹੀ ਨਹੀਂ ਹੋ ਸਕੀ, ਪਾਣੀ ਚੜ ਗਿਆ, ਫਲੱਡ ਆ ਗਏ, ਸਹਾਬ ਹੋ ਗਈ, ਪਾਣੀ ਖੜ ਗਿਆ ਖੇਤਾਂ 'ਚ, ਪਾਣੀ ਨਿਕਲ ਨਾ ਸਕਿਆ, ਉੱਥੇ ਕੀ ਹੁੰਦਾ, ਫਿਰ ਉੱਥੇ ਗੱਲ ਆ ਜਾਂਦੀ ਰਿਮਿਸ਼ਨ ਦੀ। ਉਸ ਸਥਿਤੀ ਦੇ ਵਿੱਚ ਜਿਹੜਾ ਮਾਮਲਾ ਹੈਗਾ ਉਹ ਰਿਮਿਟ ਕਰ ਦਿੱਤਾ ਜਾਂਦਾ ਹੈ, ਮਾਫ ਕਰ ਦਿੱਤਾ ਜਾਂਦਾ ਹੈ ਉਹਨੇ ਪੀੜ ਦੇ ਲਈ, ਜਿੰਨੇ ਪੀੜ ਦੇ ਵਿੱਚ ਉਹ ਫਸਲ ਕਾਸ਼ਤ ਨਹੀਂ ਹੋ ਸਕੀ, ਜਿਹੜਾ ਮਾਮਲਾ ਉਹ ਰਿਮਿਟ ਕਰ ਦਿੱਤਾ ਜਾਂਦਾ। ਇਸੇ ਗੱਲ ਨੂੰ ਲੈ ਕੇ ਇਸੇ ਗੱਲ ਨੂੰ ਲੈ ਕੇ ਕੁਝ ਇਹ ਰੂਲਸ ਬਣਾਏ ਗਏ, ਸਸਪੈਂਸ਼ਨ ਐਂਡ ਰਿਮਿਸ਼ਨ ਆਫ ਦਾ ਲੈਂਡ ਰੈਵਨਿਊ। ਤੁਸੀਂ ਪੜ੍ਹ ਕੇ ਦੇਖ ਲੈਣਾ, ਕੋਈ ਜ਼ਿਆਦਾ ਅੱਜ ਦੀ ਡੇਟ ਦੇ ਵਿੱਚ ਇਹ ਪ੍ਰੈਕਟੀਕਲ 'ਚ ਨਹੀਂ ਹੈਗਾ। Standing order of the commissioner, financial commissioner, suspension and remission of the land revenue and cesses and reduction of the assessment on account of the local deterioration। ਪ੍ਰੈਕਟੀਕਲ ਦੇ ਵਿੱਚ ਤਾਂ ਨਹੀਂ ਹੈਗੇ, ਬਿਲਕੁਲ ਪੁਰਾਣੇ ਹਨ, ਉਸ ਸਮੇਂ ਜਦੋਂ ਮਾਮਲੇ ਦੀ ਜਿਹੜੀ ਲੈਂਡ ਰੈਵਨਿਊ ਦੀ ਵੈਲਿਊ ਹੁੰਦੀ ਸੀਗੀ, ਠੀਕ ਹੈ, ਉਸ ਵੇਲੇ ਕੁਝ ਰੂਲ ਬਣਾਏ ਗਏ ਹੈਗੇ, ਪਰ ਅੱਜ ਦੀ ਡੇਟ ਦੇ ਵਿੱਚ ਇਹ ਜਿਹੜੇ ਹੈਗੇ ਪ੍ਰੈਕਟਿਸ ਦੇ ਵਿੱਚ ਨਹੀਂ ਹੈਗੇ। ਇਹ ਬਸ ਇੰਨਾ ਹੀ ਹੈ, ਚਲੋ ਜੋ ਮੈਂ ਤੁਹਾਨੂੰ ਦੱਸਿਆ ਹੈਗਾ, ਇਹਦੇ ਨਾਲ ਜਿਹੜਾ ਸਾਡਾ ਹੈਗਾ ਇਹ ਸਟੈਂਡਿੰਗ ਆਰਡਰ ਖਤਮ ਹੋ ਜਾਂਦੇ ਨੇ। ਠੀਕ ਹੈ ਜੀ। ਪੇਪਰ ਨੰਬਰ 1 ਦੀ ਜਿਹੜੀ ਸਾਡੀ ਸਟੱਡੀ ਹੈ ਇਹ ਕੰਪਲੀਟ ਹੋ ਚੁੱਕੀ ਹੈ, ਤੇ ਕੱਲ ਨੂੰ ਅਸੀਂ ਪੜ੍ਹਾਂਗੇ ਪੇਪਰ ਨੰਬਰ 3। ਸੈਟਲਮੈਂਟ ਮੈਨੂਅਲ ਪੜ੍ਹਾਂਗੇ ਜੀ ਗੱਲ। ਠੀਕ ਹੈ ਜੀ। ਅੱਜ ਦੀ ਕਲਾਸ ਖਤਮ ਹੋਣ ਤੋਂ ਪਹਿਲਾਂ ਕਿਸੇ ਦਾ ਕੋਈ ਕੁਐਸਚਨ ਕਰ ਸਕਦਾ ਜੀ। ठीक है जी। क्लास इज ओवर। थैंक यू वेरी मच।